ਅੱਛਾ ਰਾਜੇ, ਵਿੱਚ ਮੈਨੂੰ ਥੋੜ੍ਹੀ ਜਿਹੀ ਰਿਕਾਰਡਿੰਗ ਰੋਕਣੀ ਪੈ ਗਈ ਸੀਗੀ। ਥੋੜ੍ਹੀ ਜਿਹੀ ਸਾਡੇ ਮੀਟਿੰਗ ਸੀਗੀ ਥੱਲੇ, ਤਾਂ ਕਰਕੇ ਨਾ ਆਪਾਂ ਡਿਸਕਸ ਕਰ ਰਹੇ ਸੀ ਸੈਕਿੰਡ ਪਾਰਟ ਮੰਨ ਲਓ ਵੀਡੀਓ ਦਾ, ਕਿ ਇਹਦੇ 'ਚ ਆਪਾਂ ਰਿਲੇਸ਼ਨ ਬਣਾ ਰਹੇ ਸੀ ਹੈ ਨਾ, ਮਾਈਅਰ ਆਫ ਸਕਿਊਨੈਸ ਐਂਡ ਕੋਫੀਸ਼ੀਐਂਟ ਆਫ ਸਕਿਊਨੈਸ। ਇਹ ਡਿਸਕਸ ਹੋ ਗਏ ਸੀ। ਕੋਫੀਸ਼ੀਐਂਟ ਦਾ ਰਾਜੇ ਫਾਰਮੂਲਾ ਇਹੀ ਰਹਿਣਾ ਹੁੰਦਾ, ਅਤੇ ਦੂਸਰਾ ਜਿਹੜਾ ਕੋਫੀਸ਼ੀਐਂਟ ਦਾ ਉਹਦੇ 'ਚ ਵੀ ਇਹੀ ਰਹਿਣਾ ਹੁੰਦਾ। ਮੇਨ ਆ ਜਿਹੜਾ ਮਾਈਅਰ ਚੇਂਜ ਹੋ ਜਾਂਦੀ ਹੁੰਦੀ ਹੈ, ਤਾਂ ਮਾਈਅਰ 'ਚ ਬੀਟਾ 1 ਜਿਹੜਾ ਹੈ ਇਹ ਮਾਈਅਰ ਆਫ ਸਕਿਊਨੈਸ ਹੋ ਗਿਆ, ਅਤੇ ਇਹ ਵਾਲਾ ਜਿਹੜਾ ਇਹ ਮਾਈਅਰ ਆਫ ਕੁਰਤੋਸਿਸ ਹੋ ਜਾਂਦਾ। ਸੋ ਸਿੱਧੀ ਜਿਹੀ ਗੱਲ ਆ, ਤੁਹਾਨੂੰ ਕਮੂਲੈਂਟਸ ਕੈਲਕੂਲੇਟ ਕਰਨੇ ਪੈਣੇ ਆ, ਅਤੇ ਉਹ ਕੈਲਕੂਲੇਟ ਕਰਕੇ ਇਹਦੇ 'ਚ ਭਰ ਦੇਣੇ ਆ, ਤੁਹਾਡੇ ਕੋਲ ਆਪੇ ਆ ਜਾਣੇ ਆ। ਅਤੇ ਆਉਣਗੇ ਰਾਜੇ ਇਹੀ ਜਿਵੇਂ ਇਹਨਾਂ ਨੇ ਆਹ ਕੈਲਕੂਲੇਟ ਕੀਤੇ ਹੋਏ ਆ, ਮਤਲਬ ਆਨਸਰ ਆ ਜਿਹੜਾ ਉਹ ਮੈਚ ਹੋ ਜਾਊਗਾ। ਤੁਹਾਨੂੰ ਮੈਂ ਦਿਖਾਉਂਦਾ ਜਿਹੜਾ ਕੁਰਤੋਸਿਸ ਵਗੈਰਾ ਨਾ ਇਹਨਾਂ ਨੇ ਪਹਿਲਾਂ ਵੀ ਕੈਲਕੂਲੇਟ ਕੀਤਾ ਹੋਇਆ, ਜੇ ਲੱਭ ਜੇ ਤਾਂ। ਮੂਵਮੈਂਟਸ ਆਫ ਡਿਸਟਰੀਬਿਊਸ਼ਨ, ਆਹ ਜਿਹੜਾ ਮੈਂ ਦਿਖਾਉਂਦਾ ਸੀਗਾ ਤੁਹਾਨੂੰ, ਜਿਵੇਂ ਆਹ ਕੈਲਕੂਲੇਟ ਕੀਤਾ ਹੋਇਆ ਨਾ, ਆਨਸਰ ਆ ਜਿਹੜਾ ਇਹ ਇਹੀ ਆਉਣਾ। ਵੈਲਿਊ ਪੁੱਟ ਕਰਕੇ ਵੀ ਜਦੋਂ ਤੁਸੀਂ ਪੁੱਟ ਕਰ ਦੋਗੇ ਨਾ ਉੱਥੇ K1 K4 ਆ ਜਿਹੜਾ ਇਹਨਾਂ ਦੀ ਵੈਲਿਊ, ਤਾਂ ਇਹੀ ਬਣ ਜਾਣਾ ਸੇਮ। ਠੀਕ ਹੈ, ਉਹ ਦੇਖ ਲਿਓ ਇੱਕ ਵਾਰੀ। ਚਲੋ ਅੱਗੇ ਦੇਖਦੇ ਹਾਂ। ਆਪਣੇ ਕੋਲ ਜਮੈਟ੍ਰਿਕ ਡਿਸਟਰੀਬਿਊਸ਼ਨ ਆ। ਜਮੈਟ੍ਰਿਕ ਡਿਸਟਰੀਬਿਊਸ਼ਨ ਦੀ ਗੱਲ ਕਰੀਏ ਹੁਣ, ਜਿਵੇਂ ਪਹਿਲੀ ਸਕਸੈਸ ਆਉਣ ਤੋਂ ਪਹਿਲਾਂ ਜਿੰਨੀ ਵਾਰ ਆਪਾਂ ਫੇਲ ਹੋਏ ਹਾਂ ਉਹ ਹੁੰਦਾ ਇਹਦੇ 'ਚ ਰੈਂਡਮ ਵੇਰੀਏਬਲ। ਸੋ ਐਕਸ ਹੈ ਕੀ ਹੁੰਦਾ, ਨੰਬਰ ਆਫ ਫੇਲੀਅਰ proceeding ਫਸਟ ਸਕਸੈਸ, ਪਹਿਲੀ ਸਕਸੈਸ ਤੋਂ ਪਹਿਲਾਂ। ਸੋ ਆਪਣੇ ਕੋਲ ਇਹ ਕੀ ਆ ਜਾਊਗਾ, ਦੇਖੋ ਜੇ ਕੋਈ ਇੱਕ ਵਾਰ ਫੇਲ ਹੋਇਆ, ਮਤਲਬ ਨੰਬਰ ਆਫ ਫੇਲੀਅਰ, ਜੇ ਕੋਈ ਫੇਲ ਹੀ ਨਹੀਂ ਹੋਇਆ, ਜੇ ਕੋਈ ਫੇਲ ਹੀ ਨਹੀਂ ਹੋਇਆ ਤਾਂ ਇਹਦਾ ਮਤਲਬ ਕੀ ਆ, ਪਹਿਲੀ ਵਾਰੀ ਉਹ ਪਾਸ ਆ, ਜਾਣੀ ਕਿ ਇਹ ਫੇਲੀਅਰਸ ਆ। ਠੀਕ ਹੈ, ਜੇ ਕੋਈ ਫੇਲ ਨਹੀਂ ਹੋਇਆ ਤਾਂ ਮਤਲਬ ਪਹਿਲੀ ਵਾਰੀ ਉਹ ਪਾਸ ਹੋ ਗਿਆ, ਮਤਲਬ ਇਹ ਆ ਗਈ। ਜੇ ਕੋਈ ਇੱਕ ਵਾਰੀ ਫੇਲ ਹੋਇਆ, ਇਹਦਾ ਮਤਲਬ ਇੱਕ ਵਾਰੀ ਫੇਲ ਆ, ਪਾਸ। ਜੇ ਕੋਈ 2 ਵਾਰੀ ਫੇਲ ਹੋਇਆ, ਇਹਦਾ ਮਤਲਬ QP। ਠੀਕ ਹੈ, ਸੋ ਇਹਨੂੰ ਦੇਖ ਦੇਖ ਕੇ ਆਪਾਂ ਇਹ ਚੀਜ਼ ਕੈਲਕੂਲੇਟ ਕਰੀ ਜਾਣੀ, Q2P QP। ਅਤੇ ਜਾਣੀ ਕਿ ਜੇ ਕੋਈ X ਵਾਰੀ ਫੇਲ ਹੋਇਆ ਤਾਂ ਇੱਥੇ ਕੀ ਆ ਜਾਊਗਾ, Q ਦੀ ਪਾਵਰ X ਅਤੇ P। ਠੀਕ ਆ, ਸੋ ਇਸ ਤਰੀਕੇ ਨਾਲ ਆਪਾਂ ਵੈਲਿਊਜ਼ ਕੈਲਕੂਲੇਟ ਕਰ ਸਕਦੇ ਹਾਂ। ਹੁਣ ਇਹ ਤਾਂ ਆ ਗਿਆ ਫੰਕਸ਼ਨ। ਅੱਛਾ, ਹੁਣ ਇੱਕ ਚੀਜ਼ ਹੈ, ਪਹਿਲੀ ਸਕਸੈਸ ਤੋਂ ਪਹਿਲਾਂ ਕੋਈ ਕਿੰਨੀ ਵਾਰ ਫੇਲ ਹੋ ਸਕਦਾ? 0 ਵਾਰ, 1 ਵਾਰ, 2 ਵਾਰ, 3 ਵਾਰ, ਅਪ ਟੂ ਸੋ ਔਨ ਇਨਫਿਨਿਟੀ ਵਾਰ। ਮਤਲਬ ਕੋਈ ਮਸਲਾ ਹੀ ਨਹੀਂ ਹੈ, ਜਿੰਨੀ ਵਾਰ ਮਰਜ਼ੀ ਫੇਲ ਹੋ ਸਕਦਾ। ਤਾਂ ਇੱਕ ਚੀਜ਼ ਯਾਦ ਰੱਖਿਓ, ਜਦੋਂ ਬਾਈਨੋਮੀਅਲ ਡਿਸਟਰੀਬਿਊਸ਼ਨ ਹੈ ਇਹਦੇ 'ਚ ਸਕਸੈਸ ਦੀ ਗੱਲ ਆਉਂਦੀ ਹੈ, ਫੇਲੀਅਰ ਦੀ ਗੱਲ ਆਉਂਦੀ ਹੈ, ਪਰ ਇਹਦੇ 'ਚ ਜਿਹੜੇ ਹੈਗੇ ਐਕਸ ਆ ਉਹ ਨੰਬਰ ਆਫ ਫੇਲੀਅਰ ਹੁੰਦੇ ਆ, ਅਤੇ ਬਾਈਨੋਮੀਅਲ 'ਚ ਐਕਸ ਆ ਜਿਹੜਾ ਉਹ ਨੰਬਰ ਆਫ ਸਕਸੈਸ ਹੁੰਦੇ ਆ। ਠੀਕ ਹੈ, ਇਹਦੇ 'ਚ ਨੰਬਰ ਆਫ ਫੇਲੀਅਰ ਪਹਿਲੀ ਸਕਸੈਸ ਤੋਂ ਪਹਿਲਾਂ ਕਿੰਨੀ ਵਾਰ ਫੇਲ ਹੋਇਆ ਉਹ ਆ, ਅਤੇ ਜਿਹੜਾ ਹੈ ਉਹਦੇ 'ਚ ਨੰਬਰ ਆਫ ਸਕਸੈਸ ਹੁੰਦੇ ਆ। ਸੋ ਸਕਸੈਸ ਅਤੇ ਫੇਲੀਅਰ ਦੀ ਗੱਲ ਹੁੰਦੀ ਹੈ। ਇਹਦੇ 'ਚ ਕੁਐਸਚਨ ਆ ਰਾਜੇ ਥੋੜ੍ਹੇ ਜਿਹੇ ਬਦਲ ਜਾਂਦੇ ਆ। ਜੇ ਤੁਸੀਂ ਦੇਖੋ Fx ਹੈ, ਇਹਨੇ ਇੱਦਾਂ ਡਿਫਾਈਨ ਕਰ ਲਿਆ, ਪ੍ਰੋਬੇਬਿਲਿਟੀ ਮਾਸ ਫੰਕਸ਼ਨ QX Px 0 ਤੋਂ 1 ਤੋਂ 2, ਅਦਰਵਾਈਜ਼ 0। ਠੀਕ ਹੈ, ਅਤੇ ਆਪਣੇ ਕੋਲ Fx ਹੈ ਜਿਹੜਾ, ਇਹਦਾ ਸਮ ਕਰੋ Fx x 0 ਤੋਂ ਇਨਫਿਨਿਟੀ ਤੱਕ ਜਾਊਗਾ ਨਾ, QXP। ਜੇ ਤੁਸੀਂ P ਬਾਹਰ ਕੱਢ ਲਓ, Q 'ਤੇ ਸਮੇਸ਼ਨ ਐਪਲੀਕੇਬਲ ਹੈ, Q ਦੀ ਪਾਵਰ ਕੀ ਆ X, P ਇਹ ਬਾਹਰ ਕੱਢ ਲਿਆ, Q ਦੀ 0, Q ਦੀ 1, Q ਦੀ 2, Q ਦੀ ਅਪ ਟੂ ਸੋ ਔਨ, ਜਾਣੀ ਕਿ P1 + Q² ਅਪ ਟੂ ਸੋ ਔਨ ਜਾਈ ਜਾਊਗਾ। ਅਤੇ ਇਹਦਾ ਸਮ ਜੇ ਤੁਸੀਂ ਦੇਖੋ ਕੀ ਆਊਗਾ, 1 - Q ਆ ਜਾਊਗਾ ਨਾ। ਦੇਖੋ ਇਹਦਾ ਸਮ ਆ ਜਾਊਗਾ, P ਤਾਂ ਬਾਹਰ ਹੀ ਰਹਿ ਗਿਆ, ਇਹ ਕੀ ਆ ਗਿਆ A1 - R, ਜਾਣੀ ਕਿ P1/P। ਸੋ P ਨਾਲ P ਕੱਟਿਆ ਗਿਆ, 1 ਆ ਜਾਣਾ ਆਨਸਰ। ਸੋ ਆਪਣੇ ਕੋਲ ਜਾਣੀ ਕਿ ਇਹਦਾ ਸਮ ਆ ਜਿਹੜਾ 1 ਰਹਿੰਦਾ, ਇਹ ਪ੍ਰੋਬੇਬਿਲਿਟੀ ਮਾਸ ਫੰਕਸ਼ਨ ਹੈਗਾ। ਦੂਸਰੀ ਗੱਲ, ਇਹ ਤਾਂ ਨਿੱਕੀ ਜਿਹੀ ਚੀਜ਼ ਸੀ। ਹੁਣ ਮੂਵਮੈਂਟ ਜਨਰੇਟਿੰਗ ਫੰਕਸ਼ਨ ਇਹਦਾ ਡਿਸਕਸ ਕੀਤਾ ਹੋਇਆ ਇਹਨਾਂ ਨੇ। ਰਾਜੇ ਮੂਵਮੈਂਟ ਜਨਰੇਟਿੰਗ ਫੰਕਸ਼ਨ ਤੁਸੀਂ ਆਪ ਲੱਭੋਗੇ। ਠੀਕ ਹੈ, ਹੁਣ ਤੁਸੀਂ ਇਹ ਨਾ ਕਹੀ ਜਾਓ ਵੀ ਮੈਂ ਸਾਰਾ ਕੁਛ ਤੁਹਾਡੇ 'ਤੇ ਛੱਡੀ ਜਾਂਦਾ। ਰਾਜੇ ਮੂਵਮੈਂਟ ਜਨਰੇਟਿੰਗ ਫੰਕਸ਼ਨ ਹੈ ਜਿਹੜਾ ਆਪਾਂ ਆਲਰੇਡੀ ਕੀਤਾ ਹੋਇਆ, ਕਿਵੇਂ ਕੈਲਕੂਲੇਟ ਕਰਨਾ ਉਹ ਤੁਹਾਨੂੰ ਦੱਸਿਆ ਹੋਇਆ,
ਤੇ ਇਹ ਉਦੋਂ ਮੂਵਮੈਂਟ ਜਨਰੇਟਿੰਗ ਫੰਕਸ਼ਨ ਬਹੁਤ ਤਰ੍ਹਾਂ ਦੇ ਆਉਂਦੇ ਸੀ, ਇੱਥੇ ਤਾਂ ਇੱਕ ਆਇਆ, ਠੀਕ ਹੈ। ਸੋ ਇਹ ਮੈਂ ਹਰੇਕ ਐਕਸਰਸਾਈਜ਼ 'ਚ ਹਰੇਕ ਵਾਰ ਨਹੀਂ ਇਹ ਚੀਜ਼ ਕਰਵਾ ਸਕਦਾ, ਮੈਂ ਥੋੜ੍ਹਾ ਜਿਹਾ ਹਾਂ ਇੱਕ ਜ਼ਰੂਰ ਆ, ਜਿਹੜੀ ਇੱਕ ਨਾ ਲੈਕਸ ਆਫ ਮੈਮਰੀ ਵਾਲੀ ਆਰਟੀਕਲ 185 ਪੇਜ 'ਤੇ, ਇਹਨੂੰ ਛੱਡ ਲਓ ਹਜੇ, ਇਹ ਮੈਂ ਕਰਵਾਊਂਗਾ ਪਰ ਥੋੜ੍ਹਾ ਜਿਹਾ ਲੈਵਲ ਅਪ ਹੋ ਲੈਣ ਦਿਓ ਤੁਹਾਡਾ। ਉਸ ਤੋਂ ਬਾਅਦ ਇਹਦੇ 'ਚ ਵੀ ਆਇਆ ਵਾ ਲੈਕਸ ਆਫ ਥਿਊਰਮ 1 ਇਹ ਵੀ ਛੱਡ ਲਿਓ ਹਜੇ। ਪੋਇਜ਼ਨ ਡਿਸਟਰੀਬਿਊਸ਼ਨ ਕਰਵਾਉਣ ਲੱਗਾ ਮੈਂ, ਉਸ ਤੋਂ ਬਾਅਦ ਇਹਦਾ ਰੈਕਰੈਂਸ ਰਿਲੇਸ਼ਨ ਇਹ ਡਿਫਰੈਂਟ ਹੁੰਦਾ, ਇਹ ਮੈਂ ਕਰਵਾ ਦੂੰਗਾ, ਠੀਕ ਆ। ਥੋੜ੍ਹੇ ਜਿਹੇ ਜਿਹੜੇ ਅੱਡ ਦੀਆਂ ਚੀਜ਼ਾਂ ਆ ਰਹੀਆਂ ਉਹ ਮੈਂ ਕਰਵਾਊਂਗਾ, ਠੀਕ ਆ। ਬਾਕੀ ਸਾਰਾ ਕੁਛ ਨਹੀਂ ਆਪਾਂ ਕਰਨਾ ਗਾ, ਤੁਸੀਂ ਕਰਨਾ, ਮੈਂ ਨਹੀਂ ਕਰਨਾ ਸਾਰਾ ਕੁਛ, ਠੀਕ ਆ। ਕਿਉਂਕਿ ਬਾਰ ਇੱਕ ਹੀ ਚੀਜ਼ ਕਿਉਂ ਆਪਾਂ ਕਰੀ ਜਾਣੀ ਆ, ਉਹਦਾ ਤੁਹਾਨੂੰ ਆਉਂਦੀ ਹੈ ਦੈਟ ਮੀਨਸ, ਠੀਕ ਆ। ਜੇ ਪ੍ਰੋਬਲਮ ਆ ਤਾਂ ਮੈਨੂੰ ਪੁੱਛ ਲਓ, ਅਦਰਵਾਈਜ਼ 0। ਇਹ ਜਿਹੜਾ ਹੈ ਫੰਕਸ਼ਨ, ਇਹ ਹੁੰਦਾ ਪੋਇਜ਼ਨ ਡਿਸਟਰੀਬਿਊਸ਼ਨ। ਕੁਐਸਚਨ ਕਰਾਂਗੇ ਆਪਾਂ, ਦੇਖਾਂਗੇ ਪਹਿਲਾਂ ਤਾਂ ਆਈਡੈਂਟੀਫਾਈ ਕਰਾਂਗੇ ਵੀ ਪੇਪਰ ਐਕਸਰਸਾਈਜ਼ 'ਚ ਕਿਹੜਾ ਕੁਐਸਚਨ ਆਇਆ ਹੋਇਆ, ਪੋਇਜ਼ਨ ਦਾ ਕਿਹੜਾ, ਜਿਓਮੈਟ੍ਰਿਕ ਦਾ ਕਿਹੜਾ। ਵਧੀਆ ਸਗੋਂ ਇਹਨਾਂ ਨੇ ਇੱਕ ਐਕਸਰਸਾਈਜ਼ ਬਣਾਈ ਹੈ, ਤੁਹਾਨੂੰ ਕਨਫਿਊਜ਼ਨ ਹੋਵੇ ਥੋੜ੍ਹਾ ਜਿਹਾ, ਤੁਹਾਨੂੰ ਪਤਾ ਲੱਗੂਗਾ ਵੀ ਆਪਾਂ ਜਿਹੜਾ ਹੈਗਾ ਪੇਪਰ 'ਚ ਵੀ ਉਹ ਕਨਫਿਊਜ਼ਨ ਆਊਗੀ, ਉਹਨੂੰ ਕਿਵੇਂ ਡੀਲ ਕਰਨਾ। ਪੋਇਜ਼ਨ ਡਿਸਟਰੀਬਿਊਸ਼ਨ ਆ ਜਿਹੜੀ ਰਾਜੇ, ਪਤਾ ਕੀ ਹੁੰਦਾ ਇਹਦੇ 'ਚ, ਇਹ ਬਣਾਇਆ ਫੰਕਸ਼ਨ ਨਾ ਐਂ ਹੁੰਦਾ ਜਿਵੇਂ ਈ ਦੀ -m ਨੂੰ ਖੋਲ੍ਹੋ, ਈ ਦੀ m ਨੂੰ ਖੋਲ੍ਹੋ, ਕੀ ਆਊਗਾ 1m। ਆਈ ਫੰਕਸ਼ਨ ਬਣਾ ਲੈਂਦੇ ਰਾਜੇ ਇਹ, ਮੈਂ ਤੁਹਾਨੂੰ ਦੱਸਦਾ 1m ਸਕੇਅਰ 2 ਫੈਕਟੋਰੀਅਲ m³ 3 ਫੈਕਟੋਰੀਅਲ ਅਪ ਟੂ ਸੋਨ, ਇੱਦਾਂ ਹੀ ਚਲੀ ਜਾਊ। ਜੇ ਇਹਨੂੰ ਲਿਖਣਾ ਹੋਵੇ, ਇਹਨੂੰ ਆਪਾਂ ਕਿਵੇਂ ਲਿਖ ਸਕਦੇ ਹਾਂ, x ਦੀ 0 ਤੋਂ ਇਨਫਿਨਿਟੀ mx/x ਫੈਕਟੋਰੀਅਲ। ਦੇਖੋ ਪਹਿਲਾਂ 0 ਭਰੋਂਗੇ ਇਹੀ ਬਣੂਗਾ, 1 ਭਰੋਂਗੇ ਇਹੀ ਬਣੂਗਾ, 2 ਭਰੋਂਗੇ ਇਹੀ ਬਣੂਗਾ, ਠੀਕ ਹੈ, ਐਂ ਲਿਖ ਸਕਦੇ ਹਾਂ। ਉਸ ਤੋਂ ਬਾਅਦ a ਦੀ -m ਨਾਲ ਪ੍ਰੋਡਕਟ ਕਰ ਦਿਓ, ਦੇਖੋ ਹੁਣ ਇਹ ਹੈ ਜੋ ਵੀ ਬਣ ਗਿਆ। ਜੇ ਮੈਂ ਇਹਨੂੰ fx ਦਾ ਨਾਂ ਦੇ ਦਾਂ ਜਾਂ ਪ੍ਰੋਬੇਬਿਲਿਟੀ ਮਾਸ ਫੰਕਸ਼ਨ ਇਹਦਾ ਨਾਂ ਦੇ ਦਾਂ, ਦੇਖੋ ਇਹਦੀਆਂ ਸਾਰੀਆਂ ਵੈਲਿਊ 0 ਤੋਂ ਇਨਫਿਨਿਟੀ ਤੱਕ ਜਦੋਂ ਜੋੜਦੇ ਸਮ ਕੀ ਬਣਦਾ 1। ਸੋ ਪ੍ਰੋਬੇਬਿਲਿਟੀ x = x ਜਿਹੜਾ ਕੀ ਬਣ ਗਿਆ ਮਾਸ ਫੰਕਸ਼ਨ, ਸਮਝ ਲੱਗੀ। ਸੋ ਇਸ ਤਰੀਕੇ ਨਾਲ ਇਹ ਜਿਹੜਾ ਫੰਕਸ਼ਨ ਬਣ ਗਿਆ ਇਹ ਪ੍ਰੋਬੇਬਿਲਿਟੀ ਮਾਸ ਫੰਕਸ਼ਨ ਹੁੰਦਾ। ਸਮ 1 ਬਣਨਾ ਚਾਹੀਦਾ ਹੁੰਦਾ, ਬਸ ਉਸ ਹਿਸਾਬ ਨਾਲ ਇਹ ਬਣਾ ਲੈਂਦੇ ਆ। ਹੁਣ ਥਿਊਰਮ 2 ਦੇਖੋ, ਇਹ ਮੇਨ ਆ, ਇਹ ਬਹੁਤ ਇੰਪੋਰਟੈਂਟ ਆ ਅਤੇ ਕਰਨ ਨੂੰ ਟਾਈਮ ਵੀ ਲੱਗਦਾ ਥੋੜ੍ਹਾ ਜਿਹਾ, ਅਤੇ ਸਮਝਣਾ ਵੀ ਪਊਗਾ ਤੁਹਾਨੂੰ ਵੀ ਇਹਦਾ ਮਤਲਬ ਕੀ ਹੈ ਥਿਊਰਮ 2 ਦਾ। ਜੇ ਇਹ ਕੀ ਕਹਿੰਦੇ, ਇਫ ਦ ਨੰਬਰ ਆਫ ਟਰਾਇਲਸ ਆਫ ਬਾਈਨੋਮੀਅਲ 'ਚ ਨੰਬਰ ਆਫ ਟਰਾਇਲ ਕੀ ਹੁੰਦੇ ਸੀ n, becomes infinitely large, P with the probability of success tends to 0 and P is finite, the binomial distribution tends to Poisson distribution। ਹੁਣ ਮੈਨੂੰ ਇੱਕ ਗੱਲ ਦੱਸੋ ਵੀ ਇਹ ਕਹਿੰਦਾ, ਪਹਿਲਾਂ ਤਾਂ ਮੈਂ ਥਿਊਰਮ ਇੱਥੇ ਤੁਹਾਡੇ ਨਾਲ ਡਿਸਕਸ ਕਰਦਾ। n ਆ ਜਿਹੜਾ ਇਹ ਬਾਈਨੋਮੀਅਲ ਡਿਸਟਰੀਬਿਊਸ਼ਨ 'ਚ ਟਰਾਇਲਸ ਸੀਗੇ, ਠੀਕ ਹੈ ਜੀ, ਅਤੇ P ਕੀ ਸੀਗੀ ਪ੍ਰੋਬੇਬਿਲਿਟੀ ਆਫ ਸਕਸੈਸ। ਅਤੇ NP ਜੇ ਤੁਹਾਨੂੰ ਯਾਦ ਹੋਵੇ ਮੀਨ ਸੀ, ਹੈ ਨਾ। ਇਹ ਕੀ ਹੁੰਦਾ, ਇਹ ਕਹਿੰਦਾ ਫਾਈਨਾਈਟ ਹੋਣਾ ਚਾਹੀਦਾ ਇੱਥੇ। ਚਲੋ ਬਾਅਦ ਦੀ ਗੱਲ ਕਰਦੇ ਹਾਂ। ਕਹਿੰਦਾ ਬਾਈਨੋਮੀਅਲ ਡਿਸਟਰੀਬਿਊਸ਼ਨ ਹੈ ਜਿਹੜੀ ਉਹ ਪੋਇਜ਼ਨ ਡਿਸਟਰੀਬਿਊਸ਼ਨ 'ਚ ਸ਼ਿਫਟ ਹੋ ਜਾਂਦੀ ਹੈ। ਪੋਇਜ਼ਨ ਡਿਸਟਰੀਬਿਊਸ਼ਨ ਮਤਲਬ ਬਾਈਨੋਮੀਅਲ ਆ ਜਿਹੜੀ, ਬਾਈਨੋਮੀਅਲ ਡਿਸਟਰੀਬਿਊਸ਼ਨ ਆ ਜਿਹੜੀ ਉਹ ਪੋਇਜ਼ਨ ਬਣ ਜਾਂਦੀ ਹੈ, ਦੂਜੀ ਪੋਇਜ਼ਨ, ਠੀਕ ਹੈ। ਹੁਣ ਇੱਕ ਚੀਜ਼ ਮੈਨੂੰ ਦੱਸੋ ਇਹ ਕਿਵੇਂ ਕਰੀਏ। ਸਭ ਤੋਂ ਪਹਿਲਾਂ ਇਹ ਕੀ ਗੱਲ, ਸਭ ਤੋਂ ਪਹਿਲੀ ਕੰਡੀਸ਼ਨ ਆ n ਆ ਜਿਹੜੇ ਟਰਾਇਲਸ ਆ ਨਾ ਇਹ ਇਨਫਾਈਨਾਈਟ ਹੋਣੇ ਚਾਹੀਦੇ ਆ, ਇਹ 0 ਵੱਲ ਨੂੰ ਚਲੀ ਜਾਵੇ, ਇਹ ਫਾਈਨਾਈਟ ਹੀ ਰਵੇ, ਅਤੇ ਤਾਂ ਆਪਣੀ ਜਿਹੜੀ ਬਾਈਨੋਮੀਅਲ ਆ ਪੋਇਜ਼ਨ ਬਣ ਜਾਂਦੀ ਹੈ। ਕਿਵੇਂ ਚੈੱਕ ਕਰੀਏ ਇਹ ਚੀਜ਼ ਨੂੰ ਬਈ, ਇਹ ਤਾਂ ਔਖਾ ਹੋ ਗਿਆ, ਐਂ ਕਿਵੇਂ ਚੈੱਕ ਕਰ ਲਾਂਗੇ। ਪ੍ਰੋਬੇਬਿਲਿਟੀ ਮਾਸ ਫੰਕਸ਼ਨ ਦੇਖਣਾ ਪਊਗਾ ਆਪਣੇ ਕੋਲ, ਠੀਕ ਹੈ। ਕੀ ਬਣਦਾ ਵਾ x, ਸਭ ਤੋਂ ਪਹਿਲਾਂ ਦੇਖੋ ਇਹ ਬਹੁਤ ਧਿਆਨ ਨਾਲ ਕਰਨ ਵਾਲੀ ਚੀਜ਼ ਆ, n ਇਨਫਾਈਨਾਈਟ ਹੋਵੇ, ਇਨਫਿਨਿਟੀ ਵੱਲ ਨੂੰ ਅਪਰੋਚ ਕਰੇ। ਪਰ ਪਤਾ ਕੀ ਹੁੰਦਾ, ਪੰਗਾ ਕਿੱਥੇ ਪੈਂਦਾ ਸਟੂਡੈਂਟਸ ਨੂੰ, ਸਭ ਤੋਂ ਜਿਹੜੀ ਇਹ ਖਰਾਬ ਚੀਜ਼ ਕਰਦੇ ਆ, n ਨੂੰ ਕਹਿ ਦਿੰਦੇ ਨਾ 1000,
ਇਹ ਜਿਹੜਾ ਕਹਿੰਦੇ ਨਾ ਐਨ ਬਿਕਮਸ ਆਰਬਿਟਰਰੀ ਲਾਰਜ, ਇਨਫਾਈਨਾਈਟਲੀ ਲਾਰਜ, ਇਹਦਾ ਮਤਲਬ ਤਾਂ ਹੋਣਾ ਚਾਹੀਦਾ ਜਿਵੇਂ 1000 ਕਰੋੜ ਹੋਣਾ ਚਾਹੀਦਾ ਐਨ, ਮਤਲਬ ਇੰਨੇ ਟਰਾਇਲਸ ਕਿ 1000 ਕਰੋੜ ਹੋਣ, ਫੇਰ ਮੈਂ ਕਹਿ ਸਕਦਾ ਚਲੋ ਕੁਛ ਲਾਰਜ ਤਾਂ ਹੋਇਆ, ਮਤਲਬ ਇੱਜ਼ਤ ਜੀ ਰੱਖਣ ਜੋਗਾ ਲਾਰਜ ਤਾਂ ਹੋਵੇ, ਪਰ ਇਹ ਐਨ ਜੇ 1000 ਹੋ ਜਾਏ ਨਾ ਤਾਂ ਵੀ ਇਹ ਕੰਮ ਕਰਨ ਲੱਗ ਜਾਂਦੇ ਆ। ਹੁਣ ਤੁਹਾਨੂੰ ਦੱਸਦਾ, ਪੀ ਬਹੁਤ ਛੋਟੀ ਹੋਣੀ ਚਾਹੀਦੀ ਹੈ, ਮਤਲਬ ਕੀ ਹੈ 0.000000001 ਇਹ ਜੀ ਹੋਣੀ ਚਾਹੀਦੀ ਹੈ, ਪਰ ਇਹ ਜਦੋਂ ਪੀ ਇਹੋ ਜਿਹੀ ਹੋ ਜਾਏ ਨਾ 1/10 ਤਾਂ ਵੀ ਇਹ ਚੀਜ਼ ਕੰਮ ਕਰਨ ਲੱਗ ਜਾਂਦੇ ਆ। ਮਤਲਬ ਇਹਨੂੰ ਕਹਿ ਦਿੰਦੇ ਆ ਕਿ ਹਾਂ ਹਾਂ ਜ਼ੀਰੋ ਵੱਲ ਨੂੰ ਅਪਰੋਚ ਕਰਦੀ ਹੈ, ਇਹਨੂੰ ਕਹਿ ਦਿੰਦੇ ਹਾਂ ਹਾਂ ਆਰਬਿਟਰਰੀ ਲਾਰਜ ਹੈ, ਇਹ ਬਹੁਤ ਵੱਡਾ ਨੰਬਰ ਆ। ਅੱਛਾ ਫਿਰ ਕੀ ਆ, ਉਸ ਤੋਂ ਬਾਅਦ ਐਨ ਪੀ ਆ ਉਹ ਫਾਈਨਾਈਟ ਆ ਹੀ ਜਾਂਦਾ ਹੁੰਦਾ ਜ਼ਿਆਦਾਤਰ ਕੇਸ ਵਿੱਚ। ਅਤੇ ਇਹ ਕੀ ਕਹਿੰਦੇ ਆ, ਹੁਣ ਇਹ ਸਾਰਾ ਕੁਛ ਲਿਖ ਕੇ ਇਹ ਕਹਿੰਦੇ ਆ ਵੀ ਸਾਰਾ ਅਸੀਂ ਕਿਤਾਬ ਵਾਲੇ ਜਾਂ ਕੋਈ ਵੀ ਇਹ ਕਹਿੰਦੇ ਆ ਸਾਰਾ ਅਸੀਂ ਥਿਊਰਮ ਤਾਂ ਪ੍ਰੂਵ ਕੀਤੀ ਹੈ ਕਿ ਜੇ ਐਨ ਲਾਰਜ ਹੋਵੇ, ਪ੍ਰੋਬਿਲਟੀ ਬਹੁਤ ਛੋਟੀ ਹੋਵੇ, ਤਾਂ ਬਾਈਨੋਮੀਅਲ ਜਿਹੜੀ ਪੋਇਜ਼ਨ ਹੀ ਹੁੰਦੀ ਆ, ਮਤਲਬ ਚਾਹੇ ਉੱਥੇ ਪੋਇਜ਼ਨ ਲਾ ਲਓ ਚਾਹੇ ਉੱਥੇ ਬਾਈਨੋਮੀਅਲ ਲਾ ਲਓ। ਇਹਦਾ ਮਤਲਬ ਥਿਊਰਮ ਦਾ ਤਾਂ ਇਹੀ ਆ ਵੀ ਜਦੋਂ ਐਨ ਬਹੁਤ ਵੱਡਾ ਹੋਵੇ, ਪੀ ਬਹੁਤ ਛੋਟੀ ਹੋਵੇ, ਐਨ ਪੀ ਫਾਈਨਾਈਟ ਹੋਵੇ, ਉੱਥੇ ਬਾਈਨੋਮੀਅਲ ਆ ਜਿਹੜੀ ਪੋਇਜ਼ਨ ਬਣ ਜਾਂਦੀ ਹੈ, ਮਤਲਬ ਚਾਹੇ ਪੋਇਜ਼ਨ ਲਾ ਲਓ ਚਾਹੇ ਬਾਈਨੋਮੀਅਲ ਲਾ ਲਓ, ਇੱਕੋ ਹੀ ਗੱਲ ਆ ਉਦੋਂ। ਹੁਣ ਇਹ ਬਹੁਤ ਵੱਡਾ ਪੰਗਾ, ਇੱਕ ਬੰਦੇ ਨੇ ਤਾਂ ਇਸ ਡਾਟਾ ਦੇ ਉੱਪਰ ਪੋਇਜ਼ਨ ਲਾਤੀ, ਪੋਇਜ਼ਨ ਡਿਸਟਰੀਬਿਊਸ਼ਨ ਦੇ ਰਿਜ਼ਲਟ ਲਾਤੇ, ਅੱਡ ਅੱਡ ਰਿਜ਼ਲਟ ਹੁੰਦੇ ਆ, ਅੱਡ ਅੱਡ ਪ੍ਰੋਬਿਲਟੀਜ਼ ਆਉਂਦੀਆਂ ਹੁੰਦੀਆਂ, ਇੱਕ ਨੇ ਇਹਦੇ 'ਤੇ, ਇੱਕ ਬੰਦੇ ਨੇ ਇੱਕ ਦਾ ਆਇਆ ਐਨ 10,000, ਮਤਲਬ ਐਨ ਇੰਨੇ ਟਰਾਇਲਸ ਆਏ ਹੈ ਨਾ, ਪੀ ਆ ਜਿਹੜੀ ਇਹਦੀ ਆ, ਜਿਹੜੀ ਇਹਦੀ ਪੀ ਸੀਗੀ 1/10, ਉਹਦੀ ਆਈ ਹੈ 1/, ਇਹ ਆਈ ਆ, ਅਤੇ ਐਨ ਪੀ ਫਾਈਨਾਈਟ ਆ, ਇਹਦਾ ਵੀ ਫਾਈਨਾਈਟ ਆਇਆ, ਠੀਕ ਆ। ਇੱਥੇ ਵੀ ਦੇਖ ਲਓ ਨਾ, ਐਨ ਅਤੇ ਪੀ ਨੂੰ ਪ੍ਰੋਡਕਟ ਕਰੋਗੇ ਕੀ ਆਉਂਦਾ, ਇੱਥੇ 100 ਆਉਂਦਾ, ਇੱਥੇ ਵੀ ਕੁਛ ਨਾ ਕੁਛ ਆਜੂ, ਮੰਨ ਲਓ 1 ਆ ਗਿਆ, ਇਹ ਦੋਵੇਂ ਠੀਕ ਆ। ਇਹ ਕਹਿੰਦਾ ਮੈਂ ਵੀ ਪੋਇਜ਼ਨ ਲਾਉਣੀ ਆ, ਕਹਿੰਦਾ ਮੈਂ ਵੀ ਇਹ ਥਿਊਰਮ ਪੜ੍ਹੀ ਆ ਵੀ ਐਨ ਜੇ ਵੈਸੇ ਬੇਸਿਕਲੀ ਇਹ ਰਿਜ਼ਲਟ ਇਹ ਬਣਦਾ ਇਹ ਆ ਵੀ ਇੱਥੇ ਬਾਈਨੋਮੀਅਲ ਲਈ ਜਾਵੇ, ਹਾਲੇ ਤਾਂ ਇਹੀ ਆ ਵੀ ਇੱਥੇ ਬਾਈਨੋਮੀਅਲ ਲਾਉਣੀ ਚਾਹੀਦੀ ਆ, ਪਰ ਇਹ ਥਿਊਰਮ ਨੇ ਸਾਰਾ ਕੁਛ ਕੰਮ ਖਰਾਬ ਕਰਤਾ। ਇਹ ਕਹਿੰਦੀ ਜਦੋਂ ਐਨ ਬਹੁਤ ਵੱਡਾ ਹੋ ਜਾਏ, ਪੀ ਬਹੁਤ ਛੋਟੀ ਹੋ ਜਾਏ, ਐਨ ਪੀ ਫਾਈਨਾਈਟ ਹੋਵੇ, ਤਾਂ ਬਾਈਨੋਮੀਅਲ ਆ ਜਿਹੜੀ ਉਹ ਪੋਇਜ਼ਨ ਹੀ ਬਣ ਜਾਂਦੀ ਹੁੰਦੀ ਹੈ, ਅਤੇ ਪੋਇਜ਼ਨ ਦੀ ਜਗ੍ਹਾ ਸੌਰੀ ਬਾਈਨੋਮੀਅਲ ਦੀ ਜਗ੍ਹਾ ਪੋਇਜ਼ਨ ਦੇ ਰਿਜ਼ਲਟ ਲਗਾ ਸਕਦੇ ਹਾਂ ਆਪਾਂ। ਅਤੇ ਇਹ ਥਿਊਰਮ ਹੈ ਜਿਹੜੀ, ਹੁਣ ਇਹ ਬੰਦਾ ਕਹਿੰਦਾ, ਇਹ ਕਹਿੰਦਾ ਮੈਂ ਵੀ ਲਾਉਣਾ, ਪਰ ਇਹ ਬੰਦਾ ਅਸਲ 'ਚ ਦੇਖਿਆ ਜਾਵੇ ਹੱਕਦਾਰ ਨਹੀਂ ਗਾ, ਇਹ ਹੈਗਾ, ਕਿਉਂਕਿ ਇਹ ਨੰਬਰ ਬਹੁਤ ਵੱਡੇ ਆ ਇਹਦੇ ਕੋਲ, ਇਹ ਬਹੁਤ ਛੋਟਾ ਆਲਮੋਸਟ ਜ਼ੀਰੋ ਹੀ ਆ, ਇਹ ਆਲਮੋਸਟ ਇਨਫਿਨਿਟੀ ਕਹਿ ਸਕਦੇ ਹਾਂ, ਵੱਡੇ ਨੰਬਰ ਆ, ਇਹ ਕੁਛ ਜੱਚਦਾ ਲਾਉਂਦਾ ਹੈ ਨਾ, ਪਰ ਇਹ ਬੰਦਾ ਇਹ ਖਾਮ ਖਾਈ ਵਿੱਚ ਅੜ ਗਿਆ। ਦੇਖੋ ਇਹ ਕਹਿ ਰਿਹਾ ਇਹਨਾਂ 1000 ਆ, ਪੀ 1/10 ਆ, ਮੇਰੇ ਵੀ ਫਾਈਨਾਈਟ ਆ, ਕਹਿੰਦਾ ਮੈਂ ਵੀ ਲਾਉਣੀ ਆ, ਅਤੇ ਆਪਾਂ ਇਹਨੂੰ ਕੀ ਕਵਾਂਗੇ ਫਿਰ? ਮੰਨ ਲਓ ਪੇਪਰ 'ਚ ਇਹੀ ਡਾਟਾ ਦਿੱਤਾ ਤੁਹਾਨੂੰ, ਉਹਨੇ ਕਹਿਤਾ ਯੂਜ਼ ਪੋਇਜ਼ਨ ਡਿਸਟਰੀਬਿਊਸ਼ਨ, ਇਹਦਾ ਮਤਲਬ ਕੀ ਆ, ਇਹ ਜਿਹੜਾ ਬੰਦਾ ਜਿਹਨੇ ਪੇਪਰ ਪਾਇਆ ਉਹ ਉਹੀ ਮੂਰਖ ਬੰਦਾ ਜਿਹੜਾ ਤੁਹਾਨੂੰ ਇਹ ਜਿਹੜਾ ਇਹ ਡਾਟਾ 'ਤੇ ਇਹਨੂੰ ਇਹਦੇ 'ਚ ਫਸਾਉਣ ਦੀ ਕੋਸ਼ਿਸ਼ ਕਰ ਰਿਹਾ। ਸੋ ਇੱਥੇ ਧਿਆਨ ਦਿਓ ਇੱਕ ਚੀਜ਼ ਵੀ ਤੁਸੀਂ ਉੱਥੇ ਪੋਇਜ਼ਨ ਹੀ ਲਾਉਣੀ ਆ, ਜਿਹੜਾ ਉਹ ਬੰਦੇ ਨੇ ਤੁਹਾਨੂੰ ਔਡਰ ਦੇਤਾ ਤੁਸੀਂ ਪੋਇਜ਼ਨ ਹੀ ਲਾਉਣੀ। ਬੇਸ਼ੱਕ ਤੁਹਾਨੂੰ ਪਤਾ ਮੈਂ ਸਿਖਾਇਆ ਵੀ ਐਨ ਆ, ਇਹਦਾ ਮਤਲਬ ਐਨ ਮਤਲਬ ਆ ਗਿਆ ਟਰਾਇਲਸ, ਪੀ ਆ ਪ੍ਰੋਬਿਲਟੀ ਆਫ ਸਕਸੈਸ, ਤੁਹਾਡਾ ਮਨ ਤਾਂ ਕਹੂਗਾ ਬਾਈਨੋਮੀਅਲ ਲਾ ਅਤੇ ਕੰਮ ਨਿਬੇੜ, ਪਰ ਤੁਸੀਂ ਉਹਦਾ ਔਡਰ ਮੰਨੋਗੇ। ਦੂਸਰੀ ਗੱਲ ਫਿਰ ਪ੍ਰੋਬਲਮ ਕੀ ਆਉਂਦੀ ਆ, ਫਰਕ ਕੀ ਪੈਂਦਾ ਹੁੰਦਾ, ਇਹ ਬੰਦਾ ਤਾਂ ਜੱਚਦਾ, ਇਹ ਤਾਂ ਪੋਇਜ਼ਨ ਲਾਤਾ, ਹੁਣ ਇਹ ਕਿਉਂ ਨਹੀਂ ਜੱਚਦਾ? ਕਿਉਂਕਿ ਇਹਦਾ ਆਨਸਰ ਆ ਨਾ, ਜੇ ਤਾਂ ਇਹ ਲਾਊਗਾ ਬਾਈਨੋਮੀਅਲ, ਉਹ ਤਾਂ ਓਬਵੀਅਸਲੀ ਐਕੂਰੇਟ ਆਉਣਾ। ਮੰਨ ਲਓ ਪ੍ਰੋਬਿਲਟੀ ਇਹਦੀ ਆ ਗਈ 1/2 ਬਾਈਨੋਮੀਅਲ ਨੂੰ ਯੂਜ਼ ਕਰਕੇ, ਪਰ ਜੇ ਇਹ ਪੋਇਜ਼ਨ ਲਾਊਗਾ ਨਾ, ਇਹਦੀ ਪ੍ਰੋਬਿਲਟੀ ਕੁਛ ਹੋਰ ਹੀ ਆ ਜਾਣੀ ਆ, 1/100, ਮਤਲਬ 1/1000 ਕੁਛ ਹੈ ਜੀ, ਮਤਲਬ 1/2 ਐਕੂਰੇਟ ਆ। ਇਹ ਆ ਜਿਹੜੀ ਅਪਰੋਕਸੀਮੇਟ ਆ। ਜਦੋਂ ਤੁਸੀਂ ਅਪਰੋਚ ਕਰਦੇ ਆ ਕਿਸੇ ਚੀਜ਼ ਨੂੰ ਰਾਜੇ, ਉਹਦੇ 'ਚ ਹਮੇਸ਼ਾ ਕੁਛ ਨਾ ਕੁਛ ਐਰਰ ਹੁੰਦਾ। ਐਕਸ ਅਪਰੋਚਸ ਟੂ ਏ ਦਾ ਮਤਲਬ ਕੀ ਹੁੰਦਾ ਕਿ ਐਕਸ ਏ ਦੇ ਬਰਾਬਰ ਨਹੀਂ ਹੋ ਸਕਦਾ, ਐਕਸ ਏ ਦੇ ਨੇੜੇ ਜਾਊਗਾ ਪਰ ਬਰਾਬਰ ਨਹੀਂ ਹੋ ਸਕਦਾ। ਸਮਝ ਲੱਗੀ ਇਸ ਚੀਜ਼ ਦੀ? ਬਾਈਨੋਮੀਅਲ ਪੋਇਜ਼ਨ ਬਣ ਜਾਂਦੀ ਆ, ਪਰ ਵਰਗੀ ਕੁਛ ਪੋਇਜ਼ਨ ਵਰਗੀ ਬਣਦੀ ਹੈ, ਪੂਰੀ ਐਗਜ਼ੈਕਟ ਨਹੀਂ ਬਣਦੀ। ਸੋ ਐਰਰ ਹਮੇਸ਼ਾ ਹੀ ਹੋਊਗਾ ਇੱਥੇ। ਸੋ ਪਰ ਜੇ ਇੱਥੇ ਐਨ ਬਹੁਤ ਘੱਟ ਹੋਇਆ, ਕਿਉਂਕਿ ਇੱਥੇ ਇਹਨਾਂ ਨੇ ਕਿਹਾ ਕਿ ਐਨ ਬਹੁਤ ਵੱਡਾ ਹੋਣਾ ਚਾਹੀਦਾ, ਜੇ ਇੱਥੇ ਪ੍ਰੋਬਿਲਟੀ ਇੰਨੀ ਛੋਟੀ ਨਾ ਹੋਈ ਕਿ ਕਿਉਂਕਿ ਇਹਨਾਂ ਨੇ ਕਿਹਾ ਕਿ ਬਹੁਤ ਛੋਟੀ ਹੋਣੀ ਚਾਹੀਦੀ ਹੈ, ਆਲਮੋਸਟ 0 ਹੋਣੀ ਚਾਹੀਦੀ ਹੈ, ਤਾਂ ਆਨਸਰ 'ਚ ਬਹੁਤ ਵੱਡਾ ਐਰਰ ਆਊਗਾ। ਮਤਲਬ ਸਹੀ ਆਨਸਰ ਇਹ ਹੋਊਗਾ, ਗਲਤ ਜਿਹਾ ਕੱਢ ਲੈਣਾ ਇਹਨੇ। ਇੱਥੇ ਮੰਨ ਲਓ ਡਾਟਾ ਬਹੁਤ ਵੱਡਾ,
ਆਲਮੋਸਟ ਇਹੀ ਚੀਜ਼ ਆ। ਤਾਂ ਇਹ ਜੇ ਬਾਈਨੋਮੀਅਲ ਆਊਗਾ, ਜੇ ਇਹਦਾ ਆਨਸਰ 1/2 ਆਉਂਦਾ, ਤੇ ਜੇ ਇਹਨੇ ਇੱਥੇ ਪੋਇਜ਼ਨ ਲਾਤੀ ਤਾਂ ਇਹਦਾ ਆਨਸਰ ਆਊਗਾ 1/2.1 ਸਮਥਿੰਗ, ਮਤਲਬ ਆਲਮੋਸਟ ਇਕੁਅਲ ਹੀ ਆਊਗਾ। ਕਿਉਂ ਇਕੁਅਲ ਆਊਗਾ? ਕਿਉਂਕਿ ਇਹਨੇ ਇਹ ਸਟੇਟਮੈਂਟ ਨੂੰ ਧਿਆਨ ਨਾਲ ਪੜ੍ਹਿਆ। ਇਹਨੇ ਪੜ੍ਹਿਆ ਕਿ ਟਰਾਇਲਸ ਆਲਮੋਸਟ ਇਨਫਿਨਿਟੀ ਹੋਣੀ ਚਾਹੀਦੀ ਹੈ, ਇਹਨੇ ਪੜ੍ਹਿਆ ਪ੍ਰੋਬਿਲਟੀ ਬਹੁਤ ਛੋਟੀ ਹੋਣੀ ਚਾਹੀਦੀ ਹੈ, ਇਹਨੇ ਪੜ੍ਹਿਆ NP ਫਾਈਨਾਈਟ ਹੋਣਾ ਚਾਹੀਦਾ। ਇਹਨੇ ਨਹੀਂ ਪੜ੍ਹਿਆ, ਇਹਨੇ ਚੱਕ ਕੇ ਠੂੰਸਤੀ। ਸਮਝ ਲੱਗੀ? ਸੋ ਇਹਦਾ ਮਤਲਬ ਇਹਦੇ 'ਚ ਆਨਸਰ 'ਚ ਜੇ ਤਾਂ ਬਾਈਨੋਮੀਅਲ ਆਊਗਾ ਤਾਂ ਫਿਰ ਤਾਂ ਐਕੂਰੇਟ ਆਉਣਾ ਹੀ ਆ, ਕਿਉਂਕਿ ਇਹ ਬਾਈਨੋਮੀਅਲ ਦਾ ਡਾਟਾ। ਜੇ ਇਹ ਬਾਈਨੋਮੀਅਲ ਲਾਊਗਾ ਫਿਰ ਤਾਂ ਐਕੂਰੇਟ ਆਨਸਰ ਆਉਣਾ ਹੀ ਆ, ਕਿਉਂਕਿ ਇਹ ਬਾਈਨੋਮੀਅਲ ਦਾ ਡਾਟਾ। ਪਰ ਜੇ ਇਹਦੇ ਤੇ ਪੋਇਜ਼ਨ ਲਾਈ, ਕਿਉਂਕਿ ਇਹ ਥਿਊਰਮ ਦੇ ਅਕੋਰਡਿੰਗ ਪੂਰੀ ਨਹੀਂ ਫਿੱਟ ਹੈਗੀ, ਤਾਂ ਇਹਦੇ 'ਚ ਐਰਰ ਆਊਗਾ। ਜਿਹੜਾ ਐਗਜ਼ੈਕਟ ਆਨਸਰ ਆ, ਜਿਹੜਾ ਬਾਈਨੋਮੀਅਲ ਦੀ ਹੈਲਪ ਨਾਲ ਆਨਸਰ ਆਉਣਾ, ਉਹੀ ਸਹੀ ਹੈ ਨਾ, ਉਹਦੇ ਨਾਲੋਂ ਬਹੁਤ ਫਰਕ ਆਊਗਾ। ਇਹਦੇ 'ਚ ਇਹ ਚੀਜ਼ ਨਹੀਂ ਹੋਊਗੀ, ਇਹਦੇ 'ਚ ਬਾਈਨੋਮੀਅਲ ਤੇ ਦੂਸਰਾ ਸੇਮ ਹੀ ਆ ਜਾਊਗਾ। ਹੁਣ ਦੇਖੋ ਕਿਵੇਂ ਇਹ ਥਿਊਰਮ ਦਾ ਪ੍ਰੂਫ ਕਿਵੇਂ ਕਰਨਾ। ਸਭ ਤੋਂ ਪਹਿਲਾਂ ਇਹ ਕਹਿੰਦਾ ਐਕਸ ਆ ਜਿਹੜਾ, ਇਹ ਕਹਿੰਦਾ ਮੈਂ ਮੰਨ ਲਿਆ ਕਿ NP ਨੂੰ ਫੋਲੋ ਕਰਦਾ, ਅਤੇ ਪ੍ਰੋਬਿਲਟੀ ਆਫ ਐਕਸ ਕੀ ਆਊਗੀ? ਇਹ ਆਪਾਂ ਨੂੰ ਸਾਰਿਆਂ ਨੂੰ ਹੀ ਪਤਾ, NCX P ਦੀ X Q N-X। X ਆ ਜਿਹੜਾ 0 ਤੋਂ ਸਟਾਰਟ ਹੁੰਦਾ 1 2 ਅਪ ਟੂ ਸੋ ਔਨ N ਤੱਕ ਚਲਾ ਜਾਂਦਾ ਹੁੰਦਾ। ਫਿਰ ਹੁਣ NCX ਇਹਨੂੰ ਸੋਲਵ ਕਰ ਲਓ, ਖੋਲ੍ਹ ਲਓ, ਥੋੜ੍ਹਾ ਜਿਹਾ ਆਪਾਂ ਨੂੰ ਕੰਮ ਕਰਨਾ ਪੈਣਾ ਐਕਸਟਰਾ। NCX ਓਵਰ X ਫੈਕਟੋਰੀਅਲ, ਇਹਦਾ ਜੇ ਤੁਹਾਨੂੰ ਪਤਾ ਹੋਵੇ ਨਾ, ਇਹ ਇਹਦੇ ਬਰਾਬਰ ਹੁੰਦਾ N ਫੈਕਟੋਰੀਅਲ X ਫੈਕਟੋਰੀਅਲ N-X ਫੈਕਟੋਰੀਅਲ, P ਦੀ X Q ਦੀ N-X। ਬਾਰ ਨਹੀਂ ਆਪਾਂ ਲਿਖਣਾ ਇੱਕ ਹੀ ਚੀਜ਼, N ਫੈਕਟੋਰੀਅਲ। ਹੁਣ ਦੇਖੋ N ਨੂੰ ਮੈਂ ਖੋਲ੍ਹ ਲਿਆ, N-1 N-2 ਅਪ ਟੂ ਸੋ ਔਨ, ਮੈਂ ਖੋਲ੍ਹਦਾ ਗਿਆ ਐਂਡ 'ਤੇ ਪਹੁੰਚ ਗਿਆ N-X-1। ਹੁਣ ਇਸ ਤੋਂ ਅਗਲਾ ਫੈਕਟਰ ਦੱਸੋ ਕੀ ਆਊਗਾ? ਜੇ ਤੁਸੀਂ ਦੱਸਤਾ, ਦੇਖੋ ਹਰ ਵਾਰ ਕੁਛ ਵੱਡਾ ਘਟ ਰਿਹਾ, ਇੱਥੇ 0 ਘਟਿਆ, ਇੱਥੇ 1 ਘਟਿਆ, ਇੱਥੇ 2 ਘਟਿਆ, ਇੱਥੇ X-1 ਘਟਿਆ, ਇਸ ਤੋਂ ਬਾਅਦ N-X ਘਟੂਗਾ। ਹਰ ਵਾਰ ਕੁਛ ਵੱਡਾ ਘਟਦਾ, ਇਸ ਤੋਂ ਬਾਅਦ ਵੀ ਕੁਛ ਘਟੂਗਾ, ਪਰ ਮੈਂ ਘਟਾਉਣਾ ਨਹੀਂ, ਮੈਂ ਫੈਕਟੋਰੀਅਲ ਪਾ ਦੇਣਾ। ਫਿਰ ਇੱਥੇ X ਫੈਕਟੋਰੀਅਲ N-X, ਫਿਰ ਆ ਗਿਆ P ਦੀ X Q ਦੀ N-X। ਇਹਨੂੰ ਇਹਦੇ ਨਾਲ ਕੱਟ ਦਿਓ, ਕੀ ਆਇਆ N-1 N-2 ਅਪ ਟੂ ਸੋ ਔਨ N-X-1। ਇੱਥੇ X ਫੈਕਟੋਰੀਅਲ P ਦੀ X Q ਦੀ N-X। ਹੁਣ ਇੱਕ ਚੀਜ਼ ਹੈ, ਸਭ ਤੋਂ ਪਹਿਲਾਂ ਤਾਂ ਇਹ ਬੰਦੇ ਨੇ ਕੀ ਕੀਤਾ, Q ਦੀ ਜਗ੍ਹਾ 1 - P ਕਰ ਲਈ। ਪਹਿਲਾਂ ਐਂ ਕਰੋ, ਇੱਥੇ ਮੈਨੂੰ ਗਿਣ ਕੇ ਦੱਸੋ ਵੀ N ਕਿੰਨੀ ਵਾਰ ਆ ਰਿਹਾ। ਦੇਖੋ ਇੱਥੋਂ ਜੇ ਗਿਣੀਏ 1 2 X-1 ਵਾਰੀ ਤਾਂ ਇੱਥੇ ਹੀ ਆ ਗਿਆ, ਪਰ ਇੱਕ ਵਾਰੀ ਹੋਰ ਐਕਸਟਰਾ ਵੀ ਪਿਆ ਮੂਹਰੇ। ਸੋ ਇਹ ਕੀ ਹੋ ਗਿਆ, X ਵਾਰੀ ਆ ਗਿਆ ਇਹਦਾ ਮਤਲਬ। ਸੋ ਇੱਥੋਂ N ਕਾਮਨ ਕੱਢੋ, N ਦੀ ਪਾਵਰ X 1/N 1 2/N 1 X-1/N। ਠੀਕ ਆ, ਇੱਥੇ X ਫੈਕਟੋਰੀਅਲ ਨੀਚੇ ਉਵੇਂ ਪਿਆ ਹੋਇਆ, ਕਿਉਂਕਿ ਇੱਥੇ N ਜਦੋਂ ਕਾਮਨ ਕੱਢ ਲਿਆ, ਇੱਥੇ 1/N ਰਹਿ ਜੂਗਾ, ਮੂਹਰੇ 1 ਬਣ ਜੂਗਾ, ਇੱਥੇ 2/N ਮੂਹਰੇ 1 X-1/N 1। P ਦੀ X ਉਵੇਂ ਰੱਖ ਲਿਆ, Q ਨੂੰ 1 - P ਰੱਖ ਲਿਆ, ਉੱਪਰ ਪਾਵਰ N-X ਪਾਤੀ। ਹੁਣ ਅੱਗੇ ਮੇਨ ਕੰਮ ਕਰਨ ਲੱਗੇ ਆ। ਮੇਨ ਕੰਮ ਕਰਨਾ ਕਿਵੇਂ ਆ? ਜਿਹੜਾ ਆਪਾਂ ਨੂੰ ਕਿਹਾ ਸੀ, ਕਹਿੰਦਾ N ਇਨਫਿਨਿਟੀ ਵੱਲ ਚਲਾ ਜਾਵੇ, ਆਪਾਂ ਭੇਜਤਾ। P 0 ਵੱਲ ਚਲਾ ਜਾਵੇ, ਭੇਜਤਾ, ਪਰ NP ਫਾਈਨਾਈਟ ਰਵੇ। ਹੁਣ ਇੱਥੇ ਤੁਹਾਡੇ ਦਿਮਾਗ 'ਚ ਇਹ ਆਊਗਾ ਵੀ ਇਹ ਕਿਵੇਂ NP ਫਾਈਨਾਈਟ ਰਹਿ ਜੂਗਾ ਰਾਜੇ। ਜੇ N ਵੱਡਾ ਹੋ ਰਿਹਾ ਨਾ, ਤਾਂ P ਛੋਟਾ ਵੀ ਹੋ ਰਿਹਾ, ਫਾਈਨਾਈਟ ਰਹਿ ਸਕਦਾ ਹੈ। ਜਦੋਂ ਕਿਤੇ ਕੁਐਸਚਨ ਆਇਆ ਮੈਂ ਦਿਖਾਊਂਗਾ ਤੁਹਾਨੂੰ ਫਾਈਨਾਈਟ ਰਹਿੰਦਾ, ਅਤੇ ਫਾਈਨਾਈਟ ਕੁਛ ਨਾ ਕੁਛ ਤਾਂ ਹੋਊਗਾ। ਮੈਂ M ਮੰਨ ਲਿਆ। ਅੱਛਾ, ਇੱਥੋਂ P ਦੀ ਵੈਲਿਊ ਕੱਢੋ, ਕੀ ਆਊਗੀ? M/N ਆ ਗਈ ਨਾ। ਸੋ ਇਹ ਸਾਰਾ ਡਾਟਾ ਨਾ ਜਿਹੜਾ, ਇਹਨੂੰ ਇਹਦੇ 'ਚ ਪੁੱਟ ਕਰੋ ਪਹਿਲਾਂ ਤਾਂ, ਫਿਰ ਦੇਖਦੇ ਹਾਂ ਕੀ ਬਣਦਾ। ਜਿੱਥੇ P ਆ M/N ਕਰ ਦਿਓ, ਬਾਕੀ ਸਾਰਾ ਉਵੇਂ ਹੀ ਲਿਖਿਆ ਰਹਿਣ। ਤਾਂ ਜਿੱਥੇ P ਆ ਇਹ ਤਾਂ ਪਹਿਲਾਂ ਹੀ ਲਿਖਿਆ ਹੋਇਆ ਸੀ ਨਾ, ਇਹ ਤਾਂ ਪਹਿਲਾਂ ਹੀ ਲਿਖਿਆ ਸੀ, ਇਹ ਵੀ ਪਹਿਲਾਂ ਹੀ ਲਿਖਿਆ ਸੀ। PX ਹੁਣ ਜਿੱਥੇ ਇੱਥੇ ਪ੍ਰੋਡਕਟ ਪਾ ਦਿੰਦੇ ਆ, ਜਿੱਥੇ P ਆ ਉੱਥੇ M/N ਕਰਤਾ, ਇੱਥੇ ਵੀ P ਸੀ, ਇੱਥੇ ਵੀ M/N ਕਰਤਾ। ਹੁਣ ਇਹਦਾ ਹੱਲ ਕਰਨਾ ਆਪਾਂ। ਦੇਖੋ ਸਭ ਤੋਂ ਪਹਿਲਾਂ ਤਾਂ ਇੱਥੇ N ਦੀ ਪਾਵਰ X ਨੀਚੇ ਆਊਗਾ ਨਾ, ਇੱਥੇ ਜਦੋਂ ਪਾਵਰ ਕਰੋਗੇ ਤੁਸੀਂ N ਦੀ, ਤਾਂ N ਦੀ ਪਾਵਰ X ਆਊਗਾ, ਇੱਥੇ N ਦੀ ਪਾਵਰ X ਪਿਆ, ਇਹਨਾਂ ਦੋਹਾਂ ਨੂੰ ਕੱਟ ਦਿਓ। ਲਿਮਿਟ N ਅਪਰੋਚਸ ਟੂ ਇਨਫਿਨਿਟੀ ਬਾਅਦ 'ਚ ਅਪਲਾਈ ਕਰਦੇ ਹਾਂ। M ਦੀ X ਨੂੰ ਮੂਹਰੇ ਲੈ ਆਓ, X ਫੈਕਟੋਰੀਅਲ ਉਵੇਂ ਲਾ ਦਿਓ, 1/1/N ਉਵੇਂ ਲਾ ਦਿਓ। ਇਹ ਲਿਖਦੇ ਗਏ ਬਾਰ ਕਿਉਂ ਲਿਖਣਾ ਆਪਾਂ, X - 1/N ਉਵੇਂ ਲਾਤਾ।
पिछे की बचिया प्रोडक्ट 1 माइनस एम बाय एन की पावर एन 1 माइनस एम बाय एन की पावर एक्स ये बचिया। हुण लिमिट अप्लाई करो, हुण तुहानूं पता लगूगा भी चीज़ की बन गई ये। लिमिट अप्लाई किया एम एक्स ओवर एन फैक्टोरीअल, ये की बन जूगा 1 माइनस जीरो, गां वाला फिर जीरो, लास्ट ते आउंदा फिर जीरो, तो इत्थे की बनूगा ये की हुंदा। इत्थे तो मैं कुछ लिख दूंगा, ये दसो पहला की है। ये 1 माइनस एन इनफिनिटी नूं बनया जीरो की पावर एक्स, जानी कि अल्टीमेटली 1 ही बन जाना इन्हें। पर ये की हुंदा जे तुहानूं याद होवे 1 प्लस एक्स बाय एन की पावर एन लिमिट एन अप्रोचेस टू इनफिनिटी है, ये राजे ई की पावर एक्स हुंदा जे तुहानूं याद होवे। मतलब ई की वो पावर रख देनी है जिहड़ी इत्थे पई है। सो फिर ये हिसाब नाल तां इत्थे की बनदा, इत्थे प्लस पा दईए एम नूं माइनस च लै जाइए, तो इत्थे भी प्लस पा दईए एम नूं माइनस च लै जाइए। ਇਹਦੀ ਤਾਂ ਗੱਲ ਹੀ ਨਹੀਂ ਕਰਨੀ ਨਾ, ਇਹ ਤਾਂ ਐਵੇਂ ਮੈਂ ਗਲਤੀ ਨਾਲ ਚੇਂਜ ਕਰ ਲਿਆ, ਇੱਥੇ ਤਾਂ ਮਾਈਨਸ ਬਾਹਰ ਹੀ ਪਏ ਰਹਿਣ ਦੋ, ਇਹ ਤਾਂ 1 ਬਣ ਗਿਆ, ਇਹਦਾ ਤਾਂ ਹੋ ਗਿਆ। ਇਹਦਾ ਦੇਖੋ ਈ ਦੀ ਪਾਵਰ ਕੀ ਬਣ ਜੂਗਾ ਮਾਈਨਸ ਐਮ, ਜਾਣੀ ਕਿ ਅਲਟੀਮੇਟਲੀ ਆਪਾਂ ਕੀ ਬਣ ਗਏ, ਕੀ ਬਣਾ ਲਿਆ ਆਪਾਂ ਈ ਦੀ ਮਾਈਨਸ ਐਮ ਐਮ ਐਕਸ ਓਵਰ ਐਕਸ ਫੈਕਟੋਰੀਅਲ। ਚਲੋ ਜੀ ਇਹ ਚੀਜ਼ ਬਣ ਗਈ। ਹੁਣ ਦੇਖੋ ਆਪਾਂ ਤੁਰੇ ਕਿੱਥੋਂ ਸੀ, ਆਪਾਂ ਪਹੁੰਚੇ ਕਿੱਥੇ, ਆਪਾਂ ਬਣਾ ਲਿਆ ਐਕਸ ਇਜ਼ ਇਕੁਅਲ ਟੂ ਐਕਸ ਨੂੰ ਈ ਦੀ ਮਾਈਨਸ ਐਮ एम की पावर एक्स ओवर एक्स फैक्टोरीअल, ये बन गया। पर ये तो पॉइजन का मास फंक्शन है, विच इज़ मास फंक्शन ऑफ प्रोबेबिलिटी मास फंक्शन ऑफ पॉइजन डिस्ट्रीब्यूशन। ठीक है, तो ये क्यों हो गया है, क्योंकि मैं एन नूं बहुत वड्डा कीता, पी नूं बहुत छोटा किया, एन पी नूं एम मन्निया, सो ये बन गई पॉइजन डिस्ट्रीब्यूशन। सो जानी कि जदों एन बहुत वड्डा होवे पी बहुत छोटा होवे, एन पी कोई फाइनाइट नंबर होवे, उहदे ते बाइनोमियल ला लो चाहे पॉइजन ला लो, एको ही गल है। एक चीज़ होर रहेगी, एक्स दी वैल्यूज़ कित्थों जाणगियां 0 1 2 अप टू सो ऑन। तुसीं कहोगे सर एन ते रुकना, पर क्योंकि एन इनफिनिटी हो गई, इसदा मतलब रुकना ही नहीं। देखो हुण पॉइजन डिस्ट्रीब्यूशन च आपां रुकदे थोड़ी हुंदे आ। सो सारा कुछ पूरी तरह फिट आ गया। मूवमेंट जनरेटिंग फंक्शन इहदा कढ़ देना, जे कढ़ना तुसीं कढ़वाउणा तां मूवमेंट जनरेटिंग फंक्शन एम एक्स टी एवें ही आ राजे। ये चीज़ां जिहड़ियां ना मतलब इंपॉर्टेंट बहुत आ, पर करने च कोई चैलेंज नहीं मिलना तुहानूं इन्हां च, मतलब सौखा है। हाँ क्वेश्चन जो करांगे उदों चैलेंज मिलूगा, तां ही मैं बार बार क्वेश्चन वाल भजदा इहनूं छड्ड के। एक्सपैक्टेशन ऑफ ई दी टी एक्स प्रोबेबिलिटी मास फंक्शन इत्थे ला दो, ई दी एम एक्स ओवर एक्स फैक्टोरीअल है ना। हुण एक्स वाली चीज़ है जिहड़ी वो इकट्ठी कर दो, ई दी माइनस एम ई दी टी नाल एम लिख लिया, इत्थे एक्स ला दो ओवर एक्स फैक्टोरीअल। ठीक है, हुण जे तुसीं ध्यान नाल देखो ई दी माइनस एम नूं तां बाहर कढ सकदे आ, पिछे की बन गया एक्स 0 तो इनफिनिटी एम ई दी टी ओवर एक्स फैक्टोरीअल। इहनूं खोलो, 0 भरोगे तो इत्थे 1 1 भरोगे एम ई दी टी ओवर 1, फिर एम ई दी टी ओवर 2 फैक्टोरीअल, पर उपर स्केयर अप टू सोन। राजे जे ध्यान नाल देखो ई दी माइनस ते ये ई दी एक्स की जगह ते एम टी आ गया ना, सो ई दी एक्स होना सी, पर ये की बन जूगा ई दी एम टी। हुण इन्हां नूं जोड़ दो, की बन जूगा एम कॉमन कढ लिया, ई दी टी सॉरी यही चीज़ बन जूगी, एम कॉमन कढ लो ये ई एम ई दी टी माइनस 1। लो आ बन गया इहदा मूवमेंट जनरेटिंग फंक्शन। हुण इहदा डेरीवेटिव कर करके तुसीं कैलकुलेट कर सकते हो, मीन वेरीएंस वगैरह करो जे कैलकुलेट कर सकते हो तो। एम टी है ना, एम एक्स ही लिखा करो इत्थे, एम ई दी टी माइनस 1 इहदा डेरीवेटिव करो एक सिंगल, की आऊगा ई एम ई दी टी माइनस 1 उमें रह जाऊगा, फिर उपरले दा डेरीवेटिव एम ई दी टी आ जाऊगा, टी नूं पुट कर दो 0, तो ये पुट किया टी की आ गया 0 पुट किया, ये आ गया ये तो 1 बन जूगा, तो इत्थे की आ जूगा आंसर कल्ला एम, यानी कि मीन की हो गया एम। तो वैसे होना भी चाहिए सी ना, एन पी की बराबर सी याद आ, एम के बराबर एन पी की सीगा बाइनोमियल का मीन, तो ये किहदा बन गया पॉइजन का मीन। सो ये तो उत्थों ही दिसी जाता सी। हुण तुसीं कहोगे सर ऐ तो आप एन पी क्यू भी पुट कर सकते हैं, नहीं कर सकते,
प्रॉब्लम आ थोड़ा जिहा मैं समझा जरूर सकदा ਉਹਦੇ 'ਚ ਵੇਰੀਐਂਸ ਆ ਜਿਹੜਾ ਮਤਲਬ ਵੇਰੀਐਂਸ ਸੀ ਨਾ NPQ ਤੁਸੀਂ ਕਹੋਗੇ ਸਰ ਅਸੀਂ ਤਾਂ ਵੇਰੀਐਂਸ ਵੀ ਪੁੱਟ ਕਰ ਲਾਂਗੇ NPQ ਕਿਵੇਂ ਕਰੋਗੇ ਪਹਿਲਾਂ ਤਾਂ ਕੁਐਸਚਨ ਇਹ ਹੈ ਮੇਰਾ NP1 ਮਾਈਨਸ P ਆ ਜਾਊਗੀ ਨਾ NP ਕੀ ਹੈ M ਕਰ ਸਕਦੇ ਆ ਪਰ ਐਂ ਕਰਨਾ ਨਹੀਂ ਆਪਾਂ ਚੰਗਾ ਕਿਉਂਕਿ ਇਹ ਪੋਇਜ਼ਨ ਦਾ ਅੱਡ ਆ ਸਾਰਾ ਕੰਮ ਸਾਰਾ ਕੁਛ ਬਾਈਨੋਮੀਅਲ ਤੋਂ ਹੀ ਨਹੀਂ ਹੁੰਦਾ ਗਾ ਜੇ ਤਾਂ ਉੱਤੇ ਕਿਆ ਹੁੰਦਾ ਨਾ ਜੇ ਮੰਨ ਲਓ ਉੱਤੇ ਕਿਆ ਹੁੰਦਾ ਉਹਨੇ N ਇਨਫਿਨਿਟੀ ਹੈ P 0 ਆ NP ਫਾਈਨਾਈਟ ਆ ਦੈਨ ਫਾਈਂਡ ਵੇਰੀਐਂਸ ਫਿਰ ਮੈਂ ਆਹ ਵੇ ਲਾ ਦੇਣਾ ਸੀਗਾ ਪਰ ਹੁਣ N ਛੋਟਾ ਵੀ ਹੋ ਸਕਦਾ ਨਾ ਹੋ ਸਕਦਾ N 2 ਨੂੰ ਅਪਰੋਚ ਕਰਦਾ ਹੋਵੇ ਹੋ ਸਕਦਾ P 1 ਨੂੰ ਅਪਰੋਚ ਕਰਦੀ ਹੋਵੇ ਐਡੀ ਵੱਡੀ ਹੋਵੇ ਫਿਰ ਥੋੜ੍ਹੀ ਇਹ ਰਿਜ਼ਲਟ ਲਾ ਦੂੰਗੇ ਵੈਸੇ ਤਾਂ ਵੈਸੇ ਡਿਸਕਸ ਕਰ ਰਿਹਾ ਤੁਹਾਡੇ ਨਾਲ NPM ਆ ਗਿਆ 1 ਮਾਈਨਸ P ਆ ਗਿਆ ਕਿਉਂਕਿ P 0 ਵੱਲ ਨੂੰ ਅਪਰੋਚ ਕਰ ਰਹੀ ਹੈ ਸੋ ਇੱਥੇ ਕੀ ਬਣ ਜਾਊਗਾ M 1 ਮਾਈਨਸ 0 ਸੋ ਇਸ ਦੇ ਅਕੋਰਡਿੰਗ ਵੇਰੀਐਂਸ ਵੀ M ਹੋਣਾ ਚਾਹੀਦਾ ਜਦੋਂ N ਇਨਫਿਨਿਟੀ ਵੱਲ ਨੂੰ ਅਪਰੋਚ ਕਰਦਾ P 0 ਵੱਲ ਨੂੰ ਪਰ ਦੇਖਦੇ ਹਾਂ ਆਪਾਂ ਆਈ ਨਹੀਂ ਲੱਭਣਾ ਆਪਾਂ ਡਬਲ ਡੈਰੀਵੇਟਿਵ ਕਰਾਂਗੇ ਜਦੋਂ ਤੁਸੀਂ ਇਹਦਾ ਡਬਲ ਡੈਰੀਵੇਟਿਵ ਕਰਦੇ ਹੋ ਤਾਂ ਇਹ ਚੀਜ਼ ਬਣ ਜਾਂਦੀ ਹੈ ਇਹ ਵਾਲੀ M ਸਕੇਅਰ e ਦੀ 2t e ਦੀ M e ਦੀ t ਮਾਈਨਸ 1 M e ਦੀ t e ਦੀ M e ਦੀ t ਮਾਈਨਸ 1 ਡੈਰੀਵੇਟਿਵ ਕਰ ਲਓਗੇ ਤੁਸੀਂ ਮੈਨੂੰ ਪਤਾ ਤੁਸੀਂ t 0 ਆ ਗਿਆ ਅਤੇ ਇਹ ਕੀ ਬਣਦਾ ਵਾ ਇਹ ਤੁਹਾਡਾ ਕੁਛ ਬਣ ਗਿਆ M ਸਕੇਅਰ ਪਲੱਸ M ਅਤੇ ਫਿਰ ਤੁਸੀਂ ਵੇਰੀਐਂਸ ਜਦੋਂ ਕੈਲਕੂਲੇਟ ਕੀਤਾ ਵੇਰੀਐਂਸ ਨੂੰ VX ਵੀ ਕਹਿ ਦਿੰਦੇ ਆ ਫਿਰ ਕੀ ਆਉਂਦਾ ਹੁੰਦਾ ਉਹ ਐਕਸਪੈਕਟੇਸ਼ਨ ਆਫ ਇਹ ਜੇ ਦੇਖਿਆ ਜਾਵੇ ਇਹ ਮਿਊ ਟੂ ਡੈਸ਼ ਹੁੰਦੀ ਹੈ ਨਾ ਇਹ ਸੈਕੰਡ ਮੂਵਮੈਂਟ ਉਹ ਕੀ ਹੁੰਦਾ ਮਿਊ ਟੂ ਡੈਸ਼ ਮਾਈਨਸ ਮਿਊ 1 ਡੈਸ਼ ਦਾ ਹੋਲ ਸਕੇਅਰ ਹੁੰਦਾ ਨਾ ਵੇਰੀਐਂਸ ਮਿਊ ਟੂ ਡੈਸ਼ ਕੀ ਹੈ M ਸਕੇਅਰ ਪਲੱਸ M ਮੀਨ ਕੀ ਹੈ ਇਹ ਮਿਊ 1 ਡੈਸ਼ ਮੀਨ ਹੁੰਦਾ ਸੋ ਮੀਨ ਕੀ ਆ ਗਿਆ M ਸੋ ਇਹਦੇ ਨਾਲ ਕੈਂਸਲ ਹੋ ਗਿਆ ਵੇਰੀਐਂਸ ਵੀ ਦੇਖੋ ਆ ਗਿਆ ਨਾ M ਸੋ ਅਲਟੀਮੇਟਲੀ ਆਪਾਂ ਫਿੱਟ ਕੀਤਾ ਹੋਇਆ ਡਾਟਾ ਪੂਰਾ ਸਹੀ ਹੈ ਸੋ ਇਹਦਾ ਮਤਲਬ ਪੋਇਜ਼ਨ ਡਿਸਟਰੀਬਿਊਸ਼ਨ 'ਚ ਵੇਰੀਐਂਸ ਅਤੇ ਮੀਨ ਸਾਰਾ ਜਿਹੜਾ ਹੈਗਾ ਉਹ M ਹੀ ਹੁੰਦਾ ਲਓ ਮੰਨ ਲਓ ਹੁਣ ਮੈਂ ਤੁਹਾਨੂੰ ਕਹਿੰਦਾ E2 E ਦੀ t ਮਾਈਨਸ 1 MXT ਹੈ ਮੈਨੂੰ ਦੱਸੋ X ਦਾ ਵੇਰੀਐਂਸ ਆਫ X ਅਤੇ ਐਕਸਪੈਕਟੇਸ਼ਨ ਆਫ X ਦੱਸੋ ਰਾਜੇ M ਕਿੱਥੇ ਹੁੰਦੀ ਹੈ ਇਹ ਪਈ ਨਾ ਜਾਣੀ ਕਿ ਆਹ ਪਈ ਵੇਰੀਐਂਸ ਕੀ ਹੁੰਦਾ ਉਹ ਵੀ M ਮੀਨ ਕੀ ਹੁੰਦਾ ਉਹ ਵੀ M ਲਓ ਦੋ ਆਨਸਰ ਆ ਗਿਆ ਆਈ ਕੁਐਸਚਨ ਆਪਾਂ ਪੇਪਰ 'ਚ ਫਟਾਫਟ ਜਿਹੜੇ ਐਕਸਰਸਾਈਜ਼ ਦੇ ਕੁਐਸਚਨ ਆ ਇਸ ਤਰ੍ਹਾਂ ਕੈਚ ਹੁੰਦੇ ਆ ਚਲੋ ਅਗਲਾ ਰੈਕਰੈਂਸ ਰਿਲੇਸ਼ਨ ਆ ਜਿਹੜਾ ਮੈਂ ਪੋਇਜ਼ਨ ਡਿਸਟਰੀਬਿਊਸ਼ਨ ਦਾ ਬਣਾਉਣ ਲੱਗਾ ਜਿਓਮੈਟ੍ਰਿਕ ਡਿਸਟਰੀਬਿਊਸ਼ਨ ਇੰਨੀ ਡਿਸਕਸ ਨਹੀਂ ਕੀਤੀ ਜਿਓਮੈਟ੍ਰਿਕ ਡਿਸਟਰੀਬਿਊਸ਼ਨ ਦੇ ਆਈ ਥਿੰਕ ਕੁਐਸਚਨ ਵੀ ਘੱਟ ਹੀ ਹੋਣਗੇ ਜਿੰਨਾ ਕਿਉਂਕਿ ਇਹ ਘੱਟ ਇਹ ਰੁਝਾਨ ਇਹਦਾ ਜਿਓਮੈਟ੍ਰਿਕ ਡਿਸਟਰੀਬਿਊਸ਼ਨ 'ਚ ਜਾ ਰਿਹਾ ਜੇ ਮੈਨੂੰ ਕਿਸੇ ਹੋਰ ਬੁੱਕ 'ਚੋਂ ਮਿਲ ਕੇ ਮੈਂ ਭੇਜ ਦੂੰਗਾ ਰੈਕਰੈਂਸ ਰਿਲੇਸ਼ਨ ਮਿਊ ਆਰ ਹਾਂ ਰੈਕਰੈਂਸ ਰਿਲੇਸ਼ਨ ਆ ਜਿਹੜਾ ਇਹਦਾ ਕਰਦੇ ਆ ਮਿਊ 3rd 199 ਪੇਜ 'ਤੇ ਮੋਡ ਵੀ ਦੇਖ ਲਾਂਗੇ ਮਿਊ ਆਰ ਪਲੱਸ 1 ਆਰ M ਮਿਊ ਆਰ ਮਾਈਨਸ 1 M D ਮਿਊ ਆਰ D M ਹੁਣ ਕੀ ਕਰੋਗੇ ਇਸ ਡੈਰੀਵੇਟਿਵ ਤੋਂ ਚੱਕੀ ਦਾ ਹੁੰਦਾ ਕੰਮ ਮਿਊ ਆਰ ਕੀ ਹੁੰਦਾ ਐਕਸਪੈਕਟੇਸ਼ਨ ਆਫ X ਮਾਈਨਸ ਮਿਊ ਦਾ R ਅਤੇ ਐਕਸਪੈਕਟੇਸ਼ਨ ਆਫ X ਮੀਨ ਕੀ ਸੀਗਾ ਮਿਊ ਕੀ ਸੀਗਾ M ਅਤੇ ਇਹਨੂੰ ਖੋਲ੍ਹ ਲਓ ਫਿਰ X 0 ਤੋਂ ਇਨਫਿਨਿਟੀ X ਮਾਈਨਸ M ਦੀ R ਅਤੇ ਇੱਥੇ ਕੀ ਆ ਜਾਊਗਾ FX ਜਾਣੀ ਕਿ ਪ੍ਰੋਬੇਬਿਲਿਟੀ ਫੰਕਸ਼ਨ ਉਹ ਕੀ ਆਊਗਾ X ਮਾਈਨਸ X 0 ਇਨਫਿਨਿਟੀ X ਮਾਈਨਸ M ਇਹਦੀ R E ਦੀ ਮਾਈਨਸ M ਸੀਗਾ M ਦੀ X ਓਵਰ X ਫੈਕਟੋਰੀਅਲ ਹੁਣ ਜੇ ਕਹੋਗੇ ਸਰ ਤੁਸੀਂ ਜਿਓਮੈਟ੍ਰਿਕ ਡਿਸਟਰੀਬਿਊਸ਼ਨ ਵਾਸਤੇ ਕੋਈ ਰੈਕਰੈਂਸ ਰਿਲੇਸ਼ਨ ਬਣਾਇਆ ਹੀ ਨਹੀਂ ਹੈ ਮੈਂ ਕਹਿੰਦਾ ਰਾਜੇ ਹਜੇ ਆਇਆ ਹੀ ਨਹੀਂ ਹੈ ਠੀਕ ਹੈ ਜਦੋਂ ਆਊਗਾ ਤਾਂ ਉਦੋਂ ਬਣਾਵਾਂਗੇ ਆਉਣਾ ਹੀ ਨਹੀਂ ਮੈਨੂੰ ਲੱਗਦਾ ਜਿੱਥੇ ਤੱਕ ਉਹ ਡਿਸਟਰੀਬਿਊਸ਼ਨ ਹੀ ਇਹੋ ਜਿਹੀ ਉਹਦਾ ਰੈਕਰੈਂਸ ਰਿਲੇਸ਼ਨ ਕੀ ਬਣਾਉਣਾ ਜੇ ਆ ਗਿਆ ਤਾਂ ਬਣਾ ਦਾਂਗੇ ਨਹੀਂ ਛੱਡੋ ਬਸ ਇਹ ਆ ਗਿਆ ਹੁਣ ਮਿਊ ਆਰ ਤੁਹਾਨੂੰ ਪਤਾ ਲੱਗ ਗਿਆ ਮਿਊ ਆਰ ਪਲੱਸ 1 ਕਿਵੇਂ ਕੱਢਾਂਗੇ ਇੱਥੇ ਆਰ ਦੀ ਜਗ੍ਹਾ ਆਰ ਪਲੱਸ 1 ਇੱਥੇ ਵੀ ਆਰ ਦੀ ਜਗ੍ਹਾ ਆਰ ਪਲੱਸ 1 ਕਰ ਦਿਓ ਮਿਊ ਆਰ ਪਲੱਸ 1 ਆ ਜਾਊਗਾ ਪਰ ਜਦੋਂ ਲੋੜ ਪਈ ਉਦੋਂ ਕਰਾਂਗੇ ਜਦੋਂ ਆਰ ਮਾਈਨਸ 1 ਕਰਨਾ ਇੱਥੇ ਆਰ ਮਾਈਨਸ 1 ਇੱਥੇ ਆਰ ਮਾਈਨਸ 1 ਅਤੇ ਉਹ ਆ ਜਾਊਗੀ ਇਹਨੂੰ 1 ਦੀ ਹੈਲਪ ਨਾਲ ਆਪਾਂ ਬਹੁਤ ਸੋਲਵ ਕਰਨਾ ਫਿਲਹਾਲ ਇਹਦਾ ਡੈਰੀਵੇਟਿਵ ਕਰੋ ਮਿਊ ਆਰ ਡੀ ਐਮ ਦਾ ਡੈਰੀਵੇਟਿਵ ਵਿਦ ਰਿਸਪੈਕਟ ਟੂ M ਦੇਖੋ M ਤਾਂ ਇਹਦੇ 'ਚ ਵੀ ਹੈ ਇਹਦੇ 'ਚ ਵੀ ਇਹਦੇ 'ਚ ਵੀ ਹੈ ਸੋ 3 ਪੰਗੇ ਪੈ ਗਏ ਆਪਾਂ ਨੂੰ ਇੱਥੇ ਠੀਕ ਆ ਸੋ ਤਿੰਨੇ ਪੰਗੇ ਹੱਲ ਕਰੋ ਪਹਿਲਾਂ ਇਹਦਾ ਕੀ ਆਊਗਾ RX ਮਾਈਨਸ M ਇਹਦੀ ਪਾਵਰ R ਹੈ ਨਾ ਹੋ ਗਿਆ ਅਤੇ M ਦਾ ਮਾਈਨਸ 1
बाकी है जिहड़ा ये उवें पिया है। फिर उस तो बाद दूसरे स्टैप ते आ जाओ, ई दी एम का कीता, ई दी माइनस एम। अच्छा एक्स फैक्टोरियल तो फालतू ही है ना, एक्स फैक्टोरियल तो थोड़ी करना, इनू पहले ही बाहर कढ़ लो। तो हुण डेरीवेटिव किहदा करना आपां, जानी कि इहदा करना, ये सिर्फ इन्ने दा, तो इहदा बाई पार्ट्स कर दिंदे आ, -1 फिर अच्छा नाल एम एक्स की है उवें पिया रहूगा। अगले स्टैप च एम एक्स का आ गया एक्स एम दी x-1 ते नाल उवें ही आ जाऊगा ई दी -m। ठीक है जी। हुण इनू सिंपलीफाई कर लग जाओ, बस जिन्ना कुछ हुंदा उन्ना करी चलो। x 0 तो इनफिनिटी है ना, जो बाहर निकलता ये बाहर कढ़ दो, -r बाहर निकल गया, x -m बच गया, उपर पावर अच्छा इतने पावर r-1 होनी सी, r-1 पावर आ गई, ई दी -m, mx ओवर x फैक्टोरियल आ गया। फिर उस तो बाद दूजा जिहड़ा समेशन है सारे ते लगना, सो इत्थे समेशन ला दो x 0 तो इनफिनिटी। अच्छा ये चों की कॉमन निकलदा, ये चों कॉमन निकलूगा ये तो जिहड़ा बाहर वाला उवें पिया रहूगा, ये चों कॉमन कढ़ दो एम एक्स दी पावर सॉरी एम दी पावर x-1 तो ई दी -m, मतलब यही मैक्सिमम कॉमन निकल सकता। पिछे की रह जाएगा, देखो ये तो बाहर निकल गया, पिछे रह गया -m है ना, तो इत्थे की रह जाऊगा +x। देख लो ध्यान नाल, यही रह गया, इत्थों आह x रह जाना, आ बाहर चला गया, आ भी बाहर चला गया, तो इत्थे एम की देखो पावर छोटी है ना, इदों इत्थे एम एक्स पई है, सो एक बचूगी, ये नैगेटिव भी रह जाऊगा, ई दी -m बाहर आ गया। ठीक है, हुण इनू हल करी चलो बस। -r राजे मेरा ना ये चीज़ नूं देख के लगता भी ये की बन गया, हुण इत्थों 1 तो r की जगह r-1 है, सो μr-1 बन गया। मैं बार बार क्यों एवें लिखी जाना इनू, ठीक है, μr-1 बन गया। ये बारे सोचना आप हुण, ये आ गया x 0 तो इनफिनिटी, x-m है ना, ये x तो इत्थे -m, इनू प्रोडक्ट करो, इत्थे बन जाऊगा x-m की पावर r+1 तो ओवर की आ जाऊगा x फैक्टोरियल, पिछे की आ गया m x-1 e दी -m। हुण इहदा की करिए, जे कुछ बाहर निकलता बाहर कढ़ दिंदे आ, इनू लिखो तुसीं ठीक करके लिखते हैं, ये तो बन गया -r μr-1, ये चो m बाहर कढ़ दो 1/m, बाकी उवें ही लिख दो। ये m दी x बन गया, ई दी -m। देखो इत्थे m की पावर की सीगा, आ देखो लिखिया होया, इत्थे देखो आ दे x-1 सी ना, सो -1 करके इनू एक बाहर लाती आपां। हुण ये की बन गया मेरा जी, इहदे अल 1/m इत्थे आ गया। हुण इनू थोड़ा जिहा सूत करके लिख लो, x-m की पावर r+1 mx दी पावर mx ई दी -m ओवर x फैक्टोरियल। जे ध्यान ना देखो तो बन अपना वो भी गया पूरा, की बन गया है, इत्थे r+1, इत्थे की सीगा r, सो ये की सी μr, सो क्योंकि इत्थे r+1 है, ये की बन जाऊगा μr+1, सो डेरीवेटिव की डी μr ओवर dm, सो ये रिलेशन तो बन गया। हुण उस तो बाद इनू सिंपलीफाई करना, μr+1 एक पासे कर लो, इनू उधर ले जाओ, डी μr dm प्लस r μr-1, m नू इधर प्रोडक्ट की, बचूगा कि μr+1, आंसर आ गया तुहाडा। ठीक है, सीधा जिहा रिलेशन बन गया। हुण ये मॉड वगैरह कैलकुलेट कर रहा, अगले च मॉड भी कर लेने ਇਹਦਾ। मैं वैसे मॉड आप बाइनोमियल का किया, उवें ਇਹਦਾ भी कर सकते सी, पर मैनू लगता थोड़ा जिहा फर्क पऊगा ਇਹਦੇ 'ਚ।
ਅੱਛਾ ਇਹਦਾ ਬਈ ਮੇਜਰ ਆਫ ਸਕਿਊਨੈਸ ਕੁਰਤੋਸਿਸ ਵਗੈਰਾ ਉਹ ਤੁਸੀਂ ਆਪ ਕਰਨਾ। ਕਿਵੇਂ ਕਰਨਾ? μ2 ਲੱਭਣੀ ਆ, μ3 ਲੱਭਣੀ ਆ, μ4 ਲੱਭਣੀ ਆ, ਬਸ। ਹੁਣ ਇਹ ਮੈਂ ਤੁਹਾਨੂੰ ਸਿਖਾਏ ਹੋਏ ਆ ਵੀ ਹਰੇਕ ਕੋਈ ਵੀ, ਇਹ ਤਾਂ ਸਿਰਫ ਇੱਕ ਫੰਕਸ਼ਨ ਦੇ ਆ ਨਾ ਰਾਜੇ, ਤੁਹਾਨੂੰ ਮੈਂ ਕਿੰਨੇ ਹੀ ਫੰਕਸ਼ਨਾਂ ਦੇ ਕੱਢਣੇ ਸਿਖਾਏ ਹੋਏ ਆ। ਇੰਟੀਗ੍ਰੇਸ਼ਨ ਕਰਕੇ ਵੀ ਕੱਢ ਸਕਦੇ ਹਾਂ। ਮੂਵਮੈਂਟ ਜਨਰੇਟਿੰਗ ਫੰਕਸ਼ਨ ਲੱਭ ਕੇ ਪਹਿਲਾਂ μ2 ਡੈਸ਼ ਲੱਭ ਲਓ, ਫਿਰ μ3 ਡੈਸ਼ ਲੱਭ ਲਓ, μ4 ਡੈਸ਼ ਲੱਭ ਲਓ। ਇਹਨਾਂ ਨੂੰ ਕੁਛ ਫਾਰਮੂਲੇ ਜਿਹੜੇ ਰਿਲੇਸ਼ਨ ਦੇ ਸੀਗੇ ਉਹਨਾਂ 'ਚ ਪੁੱਟ ਕਰ ਲਓ। ਚਾਹੇ ਜੇ ਤੁਹਾਨੂੰ ਯਾਦ ਹੋਵੇ ਰਿਲੇਸ਼ਨ ਕੀਤਾ ਸੀ ਆਪਾਂ ਇੱਕ ਇਹ ਵਾਲਾ, ਇਹਨਾਂ 'ਚ ਪੁੱਟ ਕਰ ਲਓ ਜਿਹੜਾ 135 ਪੇਜ 'ਤੇ ਦਿੱਤਾ ਹੋਇਆ μ2 'ਚ ਅਤੇ μ3 'ਚ μ4 'ਚ ਇਹ ਲੱਭ ਗਈਆਂ ਜਦੋਂ ਕੁਰਤੋਸਿਸ ਵਗੈਰਾ ਤੁਸੀਂ ਕੈਲਕੂਲੇਟ ਕਰ ਹੀ ਸਕਦੇ ਹੋ। ਠੀਕ ਹੈ। ਸੋ ਮੋਡ ਮੈਂ ਕੈਲਕੂਲੇਟ ਕਰ ਲੱਗਾ। ਦੇਖੋ 20 ਮਿੰਟ ਦਾ ਲੈਕਚਰ ਪਹਿਲਾਂ ਹੋ ਗਿਆ। ਮੈਂ ਕੋਸ਼ਿਸ਼ ਕਰੂੰਗਾ ਵੀ ਇਹ ਥੋੜ੍ਹਾ ਜਿਹਾ ਚੱਲੇ। ਹਜੇ ਆਪਣੇ ਕੋਲ 1:15 ਹੋ ਗਿਆ। ਮੈਂ ਅਪਲੋਡ ਵੀ ਕਰਨਾ, ਫਿਰ ਬਾਅਦ 'ਚ ਅਪਲੋਡ ਨਹੀਂ ਹੁੰਦਾ। 15 ਮਿੰਟ ਹੋਰ ਲਾ ਲੈਂਦੇ ਹਾਂ। ਮੋਡ ਕੀ ਆਊਗਾ? ਦੇਖੋ ਬਾਈਨੋਮੀਅਲ ਤੋਂ ਕੁਛ ਯਾਦ ਆ ਤੁਹਾਨੂੰ? ਜੇ ਰਾਜੇ ਮੇਰੀ ਗੱਲ ਸੁਣੋ ਧਿਆਨ ਨਾਲ, ਜੇ NP-M ਬਣਦਾ ਨਾ, ਮੇਰੀ ਗੱਲ ਸੁਣੋ, NP-M ਤਾਂ ਐਵੇਂ ਨਹੀਂ ਬਣ ਗਿਆ। ਐਨ ਆ ਜਿਹੜਾ ਇਨਫਿਨਿਟੀ 'ਤੇ ਆ, ਇਨਫਿਨਿਟੀ ਨੂੰ ਅਪਰੋਚ ਕਰਦਾ। ਚਲੋ ਛੱਡੋ, ਤੁਹਾਨੂੰ ਮੈਂ ਕੁਐਸਚਨ ਕਰਾਉਣਾ ਫੇਰ ਦੱਸਦਾ। ਇਹ ਜੀ ਮੋਡ ਆ, ਇਹ ਕਹਿੰਦਾ ਇਹ ਹੁੰਦਾ M-1 M ਇਜ਼ ਐਨ ਇੰਟੀਜ਼ਰ। ਬਸ ਇਹ ਬਾਈਨੋਮੀਅਲ ਦੀ ਵੱਡੀ ਭੈਣ ਆ ਇਹ ਡਿਸਟਰੀਬਿਊਸ਼ਨ, ਇਹ ਮੰਨ ਕੇ ਚੱਲੋ। ਬਾਈਨੋਮੀਅਲ ਨਿੱਕੀ ਹੈ, ਇਹ ਵੱਡੀ ਹੈ। ਇਹਦੇ 'ਚ ਸਾਰਾ ਕੁਛ ਵੱਡਾ, ਪ੍ਰੋਬਿਲਟੀ ਛੋਟੀ ਹੈ। ਪ੍ਰੋਬਿਲਟੀ ਇਹਦੇ 'ਚ ਛੋਟੀ ਹੈ। ਚਲੋ ਹੁਣ ਕਰੀਏ ਇਹਨੂੰ ਹੱਲ। ਸਭ ਤੋਂ ਪਹਿਲਾਂ ਤੁਸੀਂ ਕੀ ਕਰਨਾ, ਇਹਦਾ ਮੋਡ ਫਾਈਂਡ ਆਊਟ ਕਰਨ ਦਾ ਤਰੀਕਾ ਅਤੇ ਬਾਈਨੋਮੀਅਲ ਦਾ ਮੋਡ ਫਾਈਂਡ ਆਊਟ ਕਰਨ ਦਾ ਤਰੀਕਾ ਥੋੜ੍ਹਾ ਜਿਹਾ ਫਰਕ ਆ ਉਹਦੇ 'ਚ, ਕਿਉਂਕਿ ਇਹਦੇ 'ਚ ਡਾਇਰੈਕਟ ਪਤਾ ਨਹੀਂ ਲੱਗਦਾ ਆਪਾਂ ਨੂੰ ਵੀ ਕਦੋਂ ਇਹ 1 ਤੋਂ ਵੱਡਾ ਹੁੰਦਾ, ਕਦੋਂ ਇਹ 1 ਤੋਂ ਛੋਟਾ ਹੁੰਦਾ, ਕਦੋਂ ਕੀ ਹੁੰਦਾ। ਸੋ ਥੋੜ੍ਹਾ ਜਿਹਾ ਆਪਾਂ ਨੂੰ ਇੱਥੇ ਆਪ ਦੇਖਣਾ ਪੈਣਾ। ਸਭ ਤੋਂ ਪਹਿਲਾਂ ਇਹ ਕਹਿੰਦਾ ਇਹ ਨੰਬਰ ਕੈਲਕੂਲੇਟ ਕਰੋ, x ਇਜ਼ ਇਕੁਅਲ ਟੂ r, x ਇਜ਼ ਇਕੁਅਲ ਟੂ r-1। ਇਹਨੂੰ ਇਹ ਕਹਿੰਦਾ ਫਾਈਂਡ ਆਊਟ ਕਰੋ। ਫਾਈਂਡ ਆਊਟ ਕਿਵੇਂ ਕਰਨਾ? ਆਪਾਂ ਨੂੰ ਇਹਦਾ ਫੰਕਸ਼ਨ ਪਤਾ। ਹੁਣ ਤੁਹਾਨੂੰ ਲੱਗੂਗਾ ਵੀ ਸਾਰਾ ਅੱਜ ਸ਼ੁਰੂ ਤਾਂ ਬਾਈਨੋਮੀਅਲ ਉਹ ਸ਼ੁਰੂ ਕੀਤੀ ਸੀ ਜਿਓਮੈਟ੍ਰਿਕ, ਅਤੇ ਕਰੀ ਸਾਰਾ ਕੁਛ ਆਪਾਂ ਬਾਈਨੋਮੀਅਲ ਦਾ ਜਾਂਦੇ ਹਾਂ। ਰਾਜੇ ਜਿਓਮੈਟ੍ਰਿਕ ਦੇ ਕੁਐਸਚਨ ਵੀ ਥੋੜ੍ਹੇ ਆ ਅਤੇ ਜਿਓਮੈਟ੍ਰਿਕ ਬਾਰੇ ਕੰਮ ਵੀ ਨਹੀਂ ਜ਼ਿਆਦਾ ਕੀਤਾ ਹੋਇਆ। ਠੀਕ ਹੈ। ਇਹ ਉੱਪਰਲਾ ਫੰਕਸ਼ਨ ਹੋ ਗਿਆ, ਨੀਚੇ ਵਾਲਾ ਫੰਕਸ਼ਨ ਹੋ ਗਿਆ। ਇਹ ਇਹਦੇ ਨਾਲ ਸਿੱਧਾ ਕੱਟਿਆ ਗਿਆ। r⁻m, ਦੇਖੋ ਇਹ ਵੱਡੀ ਪਾਵਰ ਹੈ, ਛੋਟੀ ਇਹਨੂੰ ਕੱਟੂੰਗਾ, ਇੱਥੇ ਕੀ ਰਹਿ ਜਾਊਗਾ m। ਇਹ ਛੋਟਾ ਫੈਕਟੋਰੀਅਲ ਆ, ਇਹ ਵੱਡਾ ਫੈਕਟੋਰੀਅਲ ਆ, ਇਹਨੂੰ ਇਹਦੇ ਨਾਲ ਕੱਟੂੰਗਾ, ਕੀ ਬਚੂਗਾ r। ਸੋ ਅਲਟੀਮੇਟਲੀ ਆਪਣੇ ਕੋਲ m/r ਬਚ ਗਿਆ। ਠੀਕ ਆ। ਹੁਣ ਪ੍ਰੋਬਿਲਟੀ x ਇਜ਼ ਇਕੁਅਲ ਟੂ r, ਪ੍ਰੋਬਿਲਟੀ x ਇਜ਼ ਇਕੁਅਲ ਟੂ r-1, ਇਹਦੇ 'ਤੇ ਆਪਾਂ ਕੇਸ ਡਿਸਕਸ ਕਰਨੇ ਆ। ਠੀਕ ਆ ਵੀ ਇਹ ਕੀ ਹੋ ਸਕਦਾ। ਸੋ ਪਹਿਲਾ ਕੇਸ, ਜਦੋਂ ਪੋਇਜ਼ਨ ਦਾ ਉੱਥੇ ਮੋਡ ਪਤਾ ਕਰਨ ਨੂੰ ਕਹਿਤਾ ਨਾ, ਅਤੇ ਇਹ ਤੁਹਾਡੇ ਦਿਮਾਗ 'ਚ ਸੈੱਟ ਹੋਣੀ ਚਾਹੀਦੀ ਹੈ ਚੀਜ਼, ਬਈ ਅਸੀਂ ਪੋਇਜ਼ਨ ਦਾ ਐਂ ਕੀਤਾ ਸੀਗਾ, ਉਹਦਾ ਐਂ ਕੀਤਾ ਸੀ। ਜਿਹੜੀ ਚੀਜ਼ ਦਿਮਾਗ 'ਚ ਬਿਠਾਉਣੀ ਪੈਣੀ ਆ, ਰੱਟਣੀ ਪੈਣੀ ਆ, ਉਹ ਮੈਂ ਉਵੇਂ ਦੱਸੂਗਾ। ਜਿਹੜੀ ਚੀਜ਼ ਨਹੀਂ ਬਿਠਾਉਣੀ ਪੈਣੀ, ਨਹੀਂ ਪ੍ਰੈਕਟਿਸ ਨਾ ਹੁੰਦੀ ਆ, ਉਹ ਮੈਂ ਉਵੇਂ ਦੱਸੂਗਾ। ਹੁਣ ਜੇ ਤੁਸੀਂ ਕਹੋਗੇ ਸਰ ਅਸੀਂ ਤਾਂ ਬਾਈਨੋਮੀਅਲ ਨਾਲ ਹੀ ਕਰਨਾ, ਉਵੇਂ ਕਰਨਾ, ਜਿਵੇਂ ਉਹ ਕਿਤੇ ਕਰ ਲਿਓ, ਸ਼ਾਇਦ ਹੋ ਜੇ। ਮੈਂ ਇਹ ਨਹੀਂ ਕਹਿੰਦਾ, ਮੈਂ ਕਦੇ ਨਹੀਂ ਕੀਤਾ, ਸ਼ਾਇਦ ਹੋ ਜੇ, ਸ਼ਾਇਦ ਨਾ ਹੋਵੇ। ਕੇਸ 1, m ਇਜ਼ ਐਨ ਇੰਟੀਜ਼ਰ, ਇੱਕ ਇੰਟੀਜ਼ਰ ਹੈ। ਠੀਕ ਹੈ। x ਆ ਜਿਹੜਾ ਇਹ r ਕੀ ਆਇਆ ਸੀਗਾ ਆਪਣੇ ਕੋਲ, ਅਗਲੇ ਕੇਸ ਲੈ ਲਾਂਗੇ ਵੀ ਨੋਨ ਇੰਟੀਜ਼ਰ ਆ। ਇੱਕ ਵਾਰੀ ਇੰਟੀਜ਼ਰ ਲੈ ਲਿਆ, ਅਗਲਾ ਕੇਸ ਨੋਨ ਇੰਟੀਜ਼ਰ ਲੈ ਲਿਆ। ਕੀ ਆਇਆ ਸੀ ਇਹ m/r। ਹੁਣ ਇੱਕ ਚੀਜ਼ ਆ, ਇਹਨੇ ਬਹੁਤ ਸਹੀ ਤਰੀਕੇ ਨਾਲ ਇੱਥੇ ਸਾਰਾ ਕੁਛ ਡਿਸਕਸ ਕਰ ਲਿਆ। ਬ੍ਰੈਕਟ ਜੀ ਬਣਾ ਲਈ, ਕਿਤਾਬ ਵਾਲਿਆਂ ਵਾਂਗੂ ਹੀ ਕਰੂੰਗਾ ਮੈਂ ਵੀ। ਇਹ ਕਹਿੰਦਾ ਜਦੋਂ r 0 ਤੋਂ 1 ਤੋਂ ਅਪ ਟੂ ਸੋਨ m-1 ਹੁੰਦਾ ਨਾ, ਉਦੋਂ ਇਹ ਨੰਬਰ 1 ਤੋਂ ਵੱਡਾ ਹੁੰਦਾ। ਮੈਨੂੰ ਦੱਸੋ ਕਿਉਂ? ਰਾਜੇ r ਕੀ ਹੋ ਸਕਦਾ ਵੱਧ ਤੋਂ ਵੱਧ? ਇਹ ਰਫ ਵਰਕ ਦੇਖਦੇ ਹਾਂ ਇੱਥੇ, ਰਫ ਵਰਕ ਹੈ ਨਾ। r ਕੀ ਹੋ ਸਕਦਾ ਇੱਥੇ ਵੱਧ ਤੋਂ ਵੱਧ? m-1 ਨਾ, m ਤੋਂ ਤਾਂ ਛੋਟਾ ਹੀ ਹੋਊਗਾ। ਠੀਕ ਆ। ਅਤੇ m/r, ਫਿਰ r ਨੂੰ ਇੱਧਰ ਲਿਆਓ, ਹੋ ਗਿਆ ਨਾ 1 ਤੋਂ ਵੱਡਾ।
ਸਮਝ ਲੱਗੀ। ਅੱਛਾ ਜਦੋਂ ਆਰ ਤੇ ਐਮ ਬਰਾਬਰ ਹੋ ਜਾਂਦੇ ਓਬਵੀਅਸ ਜੀ ਗੱਲ ਹੈ, ਇੱਥੇ ਐਮ ਪੁੱਟ ਕਰਕੇ ਦੇਖ ਲਓ ਇਹ 1 ਬਣ ਜਾਊਗਾ। ਹੁਣ ਉਸ ਤੋਂ ਬਾਅਦ ਆਰ ਹੁਣ ਘੱਟ ਤੋਂ ਘੱਟ ਕਿੱਡਾ ਐਮ ਪਲੱਸ 1, ਜਾਣੀ ਕਿ ਐਮ ਪਲੱਸ 1 ਐਮ ਤੋਂ ਤਾਂ ਵੱਡਾ ਹੀ ਹੁੰਦਾ, ਜਾਣੀ ਕਿ ਆਰ ਐਮ ਤੋਂ ਵੱਡਾ ਹੋ ਗਿਆ ਇੱਥੇ। ਅਤੇ ਫਿਰ ਐਮ ਬਾਈ ਆਰ ਕੀ ਹੋਊਗਾ, ਆਰ ਨਾਲ ਡਿਵਾਈਡ ਕਰ ਦਿਓ, 1 ਤੋਂ ਛੋਟਾ। ਹੁਣ ਇਹ ਚੀਜ਼ ਨੂੰ ਆਪਾਂ ਬਹੁਤ ਧਿਆਨ ਨਾਲ ਕਰਨਾ, ਜਾਣੀ ਕਿ ਗੱਲ ਇਹਦੀ ਨਹੀਂ ਹੋ ਰਹੀ, ਗੱਲ ਇਹਦੀ ਹੋ ਰਹੀ ਆ। ਜਾਣੀ ਕਿ ਇਹ ਕੀ ਕਹਿ ਰਿਹਾ, ਅਗਲੇ ਪੇਜ 'ਤੇ ਦੇਖੋ, ਇਹ ਕਹਿ ਰਿਹਾ ਵੀ x ਇਜ਼ ਇਕੁਅਲ ਟੂ ਆਰ, ਪ੍ਰੋਬੇਬਿਲਿਟੀ x ਇਜ਼ ਇਕੁਅਲ ਟੂ ਆਰ ਮਾਈਨਸ 1, ਇਹ 1 ਤੋਂ ਵੱਡਾ ਹੋਊਗਾ ਜਦੋਂ ਆਰ ਕੀ ਹੋਊਗਾ 0 1 2 ਅਪ ਟੂ ਸੋਨ m ਮਾਈਨਸ 1, 1 ਦੇ ਬਰਾਬਰ ਹੋਊਗਾ ਜਦੋਂ ਆਰ m ਹੋਊਗਾ। ਆਰ ਜਦੋਂ m ਪਲੱਸ 1 ਤੋਂ ਗਾਂਹ ਲੰਘ ਗਿਆ ਤਾਂ ਇਹ 1 ਤੋਂ ਛੋਟਾ ਆ ਜਾਊਗਾ। ਇਹਦੀ ਗੱਲ ਕਰ ਰਹੇ, m ਬਾਈ ਆਰ ਨੂੰ ਨਹੀਂ ਦਿਮਾਗ 'ਚ ਰੱਖਣਾ ਆਪਾਂ, ਤਾਂ ਇਹਨੂੰ ਦਿਮਾਗ 'ਚ ਰੱਖਣਾ। ਹੁਣ ਸਭ ਤੋਂ ਪਹਿਲਾਂ ਮੈਂ ਕੀ ਕਰੂੰਗਾ, ਆਰ ਦੀ ਵੈਲਿਊ 1 ਪੁੱਟ ਕਰਨ ਲੱਗਾ। ਤੁਸੀਂ ਕਹੋਗੇ 0 ਕਿਉਂ ਨਹੀਂ ਕਰਨੀ, ਦੇਖੋ ਜੇ ਆਰ ਦੀ ਵੈਲਿਊ ਇੱਥੇ 0 ਕਰਤੀ, ਨੀਚੇ ਕੀ ਬਣੂਗਾ 0 ਮਾਈਨਸ 1, ਜ਼ੀਰੋ ਮਾਈਨਸ 1 ਬਣੂਗਾ ਨਾ, ਜੋ ਤਾਂ ਵੈਲਿਡ ਹੀ ਨਹੀਂ ਬਣਦਾ ਨਾ। ਸੋ ਇਹ ਇਸ ਹਿਸਾਬ ਨਾਲ ਦੇਖਣਾ ਪੈਣਾ, ਆਪਾਂ ਆਰ 0 ਪੁੱਟ ਨਹੀਂ ਕਰ ਸਕਦੇ। ਇਹ ਫੈਕਟ ਜ਼ਰੂਰ ਹੈ ਵੀ x ਦੀ ਵੈਲਿਊ ਜੇ ਆਪਾਂ -1 ਤੇ ਦੇਖੀਏ ਤਾਂ 0 ਆਊਗੀ, ਉਹ ਤਾਂ ਵੈਲਿਡ ਹੀ ਨਹੀਂ ਬਣਦਾ ਨਾ। ਭਾਵੇਂ ਇਹ 0 ਇੱਥੋਂ ਕੱਢ ਦਿੰਦਾ, ਇੱਥੋਂ ਵੀ ਕੱਢ ਸਕਦਾ ਸੀ, ਮੇਰੇ ਅਕੋਰਡਿੰਗ ਤਾਂ ਕੱਢ ਦੇਣਾ ਚਾਹੀਦਾ ਸੀ ਇਹਨੂੰ, 1 ਤੋਂ ਸ਼ੁਰੂ ਕਰ ਲੈਂਦਾ ਹੈ, ਫਿਰ ਕੀ ਸੀਗਾ, ਕਿੱਡੀ ਗੱਲ ਸੀਗੀ, ਆਪਣਾ ਮਸਲਾ ਤਾਂ ਫਿਰ ਵੀ ਹੱਲ ਹੋਈ ਜਾਂਦਾ ਹੈ ਨਾ। 1 ਤੋਂ ਸ਼ੁਰੂ ਕਰਨਾ ਚਾਹੀਦਾ ਸੀ। ਚਲੋ ਕੋਈ ਨਾ, ਜੇ ਕਰ ਲਿਆ ਤੁਸੀਂ ਵੀ ਐਂ ਕਰ ਲਿਓ ਜਿਵੇਂ ਬੁੱਕ ਵਾਲਾ ਕਰ ਰਿਹਾ, ਕੋਈ ਆਪਾਂ ਨੂੰ ਹੈ ਨਹੀਂ ਮਸਲਾ ਐਡਾ। ਆਰ ਦੀ ਵੈਲਿਊ 1 ਪੁੱਟ ਕਰ ਦਿਓ, ਕੀ ਆਊਗਾ x ਇਜ਼ ਇਕੁਅਲ ਟੂ 1, x ਇਜ਼ ਇਕੁਅਲ ਟੂ 0। ਕੀ ਇਹ ਨੰਬਰ 1 ਤੋਂ ਵੱਡਾ ਹੋਊ, 1 ਦੇ ਬਰਾਬਰ ਹੋਊ ਜਾਂ ਛੋਟਾ, ਮੈਨੂੰ ਦੱਸੋ। ਆਰ ਦੀ ਵੈਲਿਊ ਆ ਪਈ ਆ 1 ਤੋਂ ਵੱਡਾ ਹੋਊਗਾ। ਫਿਰ ਆਰ ਦੀ ਵੈਲਿਊ ਭਰ ਦਿਓ 2, ਕੀ ਆਊਗਾ x ਇਜ਼ ਇਕੁਅਲ ਟੂ 2, x ਇਜ਼ ਇਕੁਅਲ ਟੂ 1। ਹੁਣ 2 ਭਰਤੀ ਤਾਂ ਇੱਥੇ ਆ ਗਈ, ਕੀ ਹੋਊਗਾ ਨੰਬਰ 1। ਇੱਦਾਂ ਹੀ ਚੱਲਦਾ ਮੈਂ ਆਰ ਦੀ ਵੈਲਿਊ ਭਰਤੀ m ਮਾਈਨਸ 1, ਨੀਚੇ ਕੀ ਆ ਜਾਊਗਾ m ਮਾਈਨਸ 2, m ਮਾਈਨਸ 2 ਹੋਣਾ ਨੀਚੇ, ਛੋਟਾ ਹੁੰਦਾ ਇਹਦੇ ਨਾਲ। ਇਹਨੇ ਬੁੱਕ 'ਚ ਗਲਤ ਕੀਤਾ ਹੋਇਆ ਰਾਜੇ, ਪਤਾ ਨਹੀਂ ਕੀ, ਫਿਰ ਬਾਅਦ 'ਚ ਕਨਫਿਊਜ਼ਨ ਕ੍ਰੀਏਟ ਕਰਦੇ ਆ। ਇਹ ਕਿਵੇਂ ਨੀਚੇ ਛੋਟਾ ਉੱਪਰ ਵੱਡਾ ਨੰਬਰ, ਅਤੇ ਇੱਥੇ ਨੀਚੇ ਛੋਟਾ ਹੋਣਾ ਚਾਹੀਦਾ ਸੀ ਮੇਰੇ ਅਕੋਰਡਿੰਗ ਤਾਂ m ਮਾਈਨਸ 2 ਹੋਣਾ ਚਾਹੀਦਾ ਸੀ। ਫਿਰ m ਭਰ ਕੇ ਦੇਖਦੇ ਹਾਂ ਕੀ ਆਊਗਾ, m ਅਤੇ ਨੀਚੇ m ਮਾਈਨਸ 1, ਹਾਂ ਉਹ ਠੀਕ ਆ। ਇਹ ਕੀ ਆ ਗਿਆ 1 ਤੋਂ ਫਿਰ ਵੱਡਾ ਇੱਥੋਂ ਤੱਕ। ਹੁਣ r ਦੀ ਵੈਲਿਊ ਭਰ ਦਿਓ m, ਇਹ ਕੀ ਆ ਗਿਆ ਹੁਣ 1 ਦੇ ਬਰਾਬਰ। ਫਿਰ ਉਸ ਤੋਂ ਬਾਅਦ ਇੱਦੋਂ ਵੀ ਵੱਡੀ ਕਰ ਦਿਓ ਵੈਲਿਊ m ਪਲੱਸ 1, ਅਤੇ ਨੀਚੇ ਕੀ ਆਊਗਾ m। ਆਹ ਦੇਖੋ ਨਾ, ਇਹ ਉੱਪਰ ਵੱਡਾ ਰੱਖੀ ਜਾਓ, ਨੀਚੇ ਇੱਕ ਛੋਟਾ ਨੰਬਰ, ਉੱਪਰ ਆਰ ਆ ਤਾਂ ਨੀਚੇ r ਮਾਈਨਸ 1। ਇੱਥੇ ਜੇ ਇੱਕ ਤੋਂ ਇੱਕ ਛੋਟਾ m ਹੀ ਹੁੰਦਾ, ਸੋ ਸਿੱਧਾ ਹੀ ਰੱਖੀ ਜਾਂਦਾ ਮੈਂ। ਅਤੇ ਹੁਣ ਕਿ r ਦੀ ਵੈਲਿਊ ਕੀ ਭਰੀ ਹੋਈ ਆ m ਪਲੱਸ 1, ਕੁਛ ਨਹੀਂ ਦੇਖਣਾ ਬਈ, ਜਦੋਂ m ਪਲੱਸ 1 ਆ ਤਾਂ ਛੋਟਾ ਬਾਈ, ਫਿਰ m ਪਲੱਸ 2 ਆ ਗਿਆ। ਹੁਣ ਤੁਸੀਂ ਕਹੋਗੇ ਸਰ ਹਟਦੇ ਹੀ ਨਹੀਂ, ਹਟਣਾ ਹੀ ਨਹੀਂ ਆਪਾਂ, ਹੋ ਗਿਆ ਗਾਂ ਦੀ ਗਾਂ ਹੀ ਚਲੀ ਗਏ। ਹੁਣ ਦੇਖੋ ਮੇਨ ਚੀਜ਼ ਹੁਣ ਸ਼ੁਰੂ ਹੋਈ ਆ, ਉਹ ਤੁਹਾਨੂੰ ਮੈਂ ਦੱਸਦਾ ਕੀ ਹੈ। ਸਭ ਤੋਂ ਪਹਿਲਾਂ ਇਹਨੂੰ ਦੇਖ ਕੇ ਮੈਂ ਕੀ ਐਂ ਲਿਖ ਸਕਦਾ ਵੀ ਪ੍ਰੋਬੇਬਿਲਟੀ ਦੋਵੇਂ ਦੇਖੀ ਚਲੋ ਪੇਜ ਇੱਧਰ, ਜਿੱਧਰ ਪੈਨ ਚੱਲਦਾ ਇਹ ਵੀ ਦੇਖੀ ਚਲੋ, x0 ਇਜ਼ ਲੈਸ ਦੈਨ ਪ੍ਰੋਬੇਬਿਲਟੀ x ਇਜ਼ ਇਕੁਅਲ ਟੂ 1। 0 ਨੂੰ ਇੱਧਰ ਪ੍ਰੋਡਕਟ ਕਰਤਾ, ਇਹ ਚੀਜ਼ ਲਿਖ ਸਕਦਾ 0 ਦੀ ਛੋਟੀ। ਇਸ ਤੋਂ ਮੈਂ ਕੀ ਲਿਖ ਸਕਦਾ, ਇਸ ਤੋਂ ਮੈਂ ਇਹ ਲਿਖ ਸਕਦਾ 1 ਨੂੰ ਇੱਧਰ ਲੈ ਜਾਓ, ਪ੍ਰੋਬੇਬਿਲਟੀ x ਇਜ਼ ਇਕੁਅਲ ਟੂ 1 ਲੈਸ ਦੈਨ ਪ੍ਰੋਬੇਬਿਲਟੀ x ਇਕੁਅਲ ਟੂ 2। ਸੋ ਇਹ ਰਿਲੇਸ਼ਨ ਨੂੰ ਫਿਰ ਇੱਥੇ ਹੀ ਪਾ ਦਿੰਦੇ ਆ, x1 ਦੀ ਪ੍ਰੋਬੇਬਿਲਟੀ ਕੀ ਤੋਂ ਛੋਟੀ ਆ 2 ਤੋਂ ਛੋਟੀ ਹੈ। ਪਰ ਇਹ ਚੀਜ਼ ਤਾਂ ਚੱਲੀ ਜਾਣੀ ਹੈ ਕਿੰਨਾ ਟਾਈਮ, ਜਦੋਂ ਇੱਥੋਂ ਤੱਕ ਨਹੀਂ ਹੁੰਦੇ। ਇਹਨੂੰ ਦੇਖ ਕੇ ਮੈਂ ਇਹ ਲਿਖ ਸਕਦਾ ਪ੍ਰੋਬੇਬਿਲਟੀ x ਇਕੁਅਲ ਟੂ m ਮਾਈਨਸ 1 ਦੀ ਵੱਡੀ ਆ ਕੀ ਤੋਂ, x ਇਕੁਅਲ ਟੂ m ਮਾਈਨਸ 2 ਤੋਂ, ਹਾਂ ਲਿਖ ਸਕਦਾ। ਸੋ ਇਹ ਤਾਂ ਚੱਲੀ ਜਾਊਗਾ, ਫਿਰ ਕਦੋਂ ਤੱਕ ਚੱਲੀ ਜਾਊਗਾ, ਇੱਦਾਂ ਹੀ ਵੱਧਦੇ ਆਵਾਂਗੇ ਆਪਾਂ, ਵੱਧਦੇ ਆਵਾਂਗੇ। x ਦੀ ਵੈਲਿਊ m ਮਾਈਨਸ 2 ਆ ਜਿਹੜੀ ਉਹ ਛੋਟੀ ਹੋਊਗੀ, x ਦੀ ਵੈਲਿਊ m ਮਾਈਨਸ 1 ਦੀ ਵੱਡੀ ਹੋਊਗੀ। ਪਰ
ਇਹਨੂੰ देख के मैं कह सकदा भी ਪ੍ਰੋਬੇਬਿਲਟੀ m-1 ਦੀ ਇੱਧਰ ਲੈ ਜਾਓ, ਕਿਹਦੇ ਬਰਾਬਰ ਆ ਗਈ x = m, ਤੇ ਪ੍ਰੋਬੇਬਿਲਟੀ x = m-1 ਇਹ ਬਰਾਬਰ ਆ ਕਿਉਂਕਿ ਇੱਥੇ ਇਕੁਐਲਿਟੀ ਪਈ ਹੋਈ ਹੈ। ਫਿਰ ਇੱਥੇ ਮੈਂ ਲਿਖੂੰਗਾ ਪ੍ਰੋਬੇਬਿਲਟੀ x = m। ਅੱਛਾ, ਉਸ ਤੋਂ ਬਾਅਦ ਇਹਦੇ ਵਾਲਾ ਧਿਆਨ ਨਾਲ ਦੇਖੋ। ਹੁਣ ਮੈਂ ਇੱਥੇ ਲਿਖ ਸਕਦਾ ਪ੍ਰੋਬੇਬਿਲਟੀ x = m ਆ ਜਿਹੜੀ ਇਹ ਵੱਡੀ ਆ, ਇਹਨੂੰ ਇੱਧਰ ਲੈ ਜਾਓ, ਇਹ ਵੱਡੀ ਆ ਤੇ ਇਹ ਛੋਟੀ ਆ। ਸਮਝ ਲੱਗੀ ਜਾਂਦੀ ਹੈ ਨਾ ਕਿੰਨਾ ਵਧੀਆ ਤਰੀਕਾ ਇਹਨੇ ਸਾਨੂੰ ਹੈਂਡਲ ਕੀਤਾ। ਸੋ ਇਹਦਾ ਮਤਲਬ m ਵਾਲੀ ਜਿਹੜੀ ਵੱਡੀ ਆ ਇਹ ਵੱਡੀ ਹੋ ਗਈ ਤੇ ਗਾਂਹ ਵਾਲੀ ਛੋਟੀ ਆਉਣ ਲੱਗ ਗਈ। ਲਓ ਜੀ, ਪੁੱਠਾ ਕੰਮ ਹੋ ਗਿਆ ਹੁਣ। ਤੇ ਇਸ ਤੋਂ ਮੈਂ ਇਹ ਕਹਿ ਸਕਦਾ ਤੇ m+1 ਦੀ ਇਹਨੂੰ ਪ੍ਰੋਡਕਟ ਨੂੰ ਜਾ ਕੇ ਇੱਥੇ ਲੈ ਜਾਓ ਕਿ ਇਹ ਵੱਡੀ ਹੈ, ਇਹ 2 ਵਾਲੀ ਛੋਟੀ ਹੈ। ਸੋ ਇਹਦਾ ਮਤਲਬ ਇਹ ਵੱਡੀ ਹੈ ਤੇ 2 ਵਾਲੀ ਇਸ ਤੋਂ ਹੋਰ ਛੋਟੀ ਹੈ, ਇਸ ਤੋਂ ਵੀ ਛੋਟੀ ਹੈ 2 ਵਾਲੀ, m+2 ਵਾਲੀ, ਤੇ ਗਾਂਹ ਤਾਂ ਹੋਰ ਛੋਟੀਆਂ ਹੀ ਆਈ ਜਾਣੀਆਂ। ਫਿਰ ਜਾਣੀ ਕਿ ਮੈਕਸਿਮਮ ਪ੍ਰੋਬੇਬਿਲਟੀ ਦੇਖੋ ਕਿੱਥੇ ਆਈ ਹੈ। ਫਿਰ m ਇੰਟੀਜ਼ਰ ਸੀ, ਮੈਕਸਿਮਮ ਪ੍ਰੋਬੇਬਿਲਟੀ ਕਿੱਥੇ ਆਈ ਹੈ? ਮੈਕਸਿਮਮ ਪ੍ਰੋਬੇਬਿਲਟੀ ਆਈ ਹੈ ਦੇਖੋ m-1 ਤੇ m ਦੇ ਉੱਪਰ, ਦੋਵਾਂ ਦੇ ਉੱਪਰ, ਦੋਵੇਂ ਬਰਾਬਰ ਸੀਗੇ। ਪਹਿਲਾਂ ਇਹ ਇਹਨਾਂ ਸਾਰੀਆਂ ਤੋਂ ਵੱਡੇ ਸੀ, ਫਿਰ ਉਸ ਤੋਂ ਬਾਅਦ ਵਾਲੀਆਂ ਜਿੰਨੀਆਂ ਵੀ ਇਹ ਦੋਵੇਂ ਉਹਨਾਂ ਤੋਂ ਵੀ ਵੱਡੇ ਆ। ਸੋ x = 1 ਐਂਡ x = m-1 ਇਹ ਦੋਵੇਂ ਇਕੁਅਲ ਆ, ਇਜ਼ ਮੈਕਸਿਮਮ। ਸੋ m ਕੀ ਹੋ ਗਿਆ ਤੇ ਇੱਕ ਇਹ ਵੀ ਦੋਵੇਂ ਹੀ ਮੋਡ। ਰਾਜੇ ਜਦੋਂ ਦੋ ਮੋਡ ਹੁੰਦੇ ਆ ਨਾ, ਹਮੇਸ਼ਾ ਯਾਦ ਰੱਖਿਓ ਦੋਵਾਂ ਤੇ ਪ੍ਰੋਬੇਬਿਲਟੀ ਹੈ ਨਾ ਉਹ ਸੇਮ ਆਉਂਦੀ ਹੁੰਦੀ ਹੈ। ਮਤਲਬ ਤਾਂ ਹੀ ਦੋ ਮੋਡ ਬਣਦੇ ਹੁੰਦੇ, ਦੋਵਾਂ ਤੇ ਪ੍ਰੋਬੇਬਿਲਟੀ ਇਕੁਅਲ ਆਉਂਦੀ ਹੁੰਦੀ। ਆਹ ਦੇਖੋ ਇਕੁਅਲ ਪਾਈ ਹੋਈ ਹੈ ਨਾ, ਇਕੁਅਲ ਤਾਂ ਪਈ ਹੈ, ਮੋਡ ਸੇਮ। ਜਦੋਂ ਦੋ ਜਿੰਨੇ ਮਰਜ਼ੀ ਮੋਡ ਆ ਜਾਣ ਪ੍ਰੋਬੇਬਿਲਟੀ ਇਕੁਅਲ ਆਊਗੀ ਸਾਰਿਆਂ ਤੇ। ਫਿਰ ਚਲੋ ਅਗਲਾ ਕੇਸ ਡਿਸਕਸ ਕਰੀਏ, ਥੋੜਾ ਜਿਹਾ ਹੋਰ ਪੰਗਾ। ਕੇਸ 2 ਦੂਜੇ ਪੇਜ ਤੇ ਕਰ ਲਈਏ, ਗੰਦਾ ਜਿਹਾ ਹੋ ਗਿਆ। ਅੱਜ ਰਾਜੇ ਸਾਡੀ ਮੀਟਿੰਗ ਕਰਕੇ ਨਾ ਥੋੜਾ ਜਿਹਾ ਖਰਾਬ ਹੋ ਗਿਆ ਕੰਮ। CM ਨਾਲ ਮੀਟਿੰਗ ਦੀ ਰਿਹਰਸਲ ਸੀਗੀ, ਨਹੀਂ ਮੈਂ ਲੈਕਚਰ ਮੈਂ ਸੋਚਿਆ ਹੋਇਆ ਵੀ ਥੋੜਾ ਜਿਹਾ ਤੁਹਾਡਾ ਖਿੱਚਣਾ ਕੰਮ, ਖਿੱਚ ਵੀ ਰਿਹਾ ਵਾਂ, ਪੂਰਾ ਹੋ ਜਾਏ ਬਸ। ਪਤਾ ਨਹੀਂ ਕਦੋਂ ਪੇਪਰ ਕਹਿ ਦੇਣੇ ਆ, ਕਦੋਂ ਨਹੀਂ ਕਹਿਣੇ, ਤਾਂ ਕਰਕੇ ਟੈਨਸ਼ਨ ਬਣੀ ਰਹਿੰਦੀ ਹੈ। m is not an integer, m is not an integer ਮਤਲਬ ਹੁਣ ਇੰਟੀਜ਼ਰ ਨਹੀਂ ਹੈਗੇ। ਇਹਦਾ ਮਤਲਬ m ਜੇ ਇੰਟੀਜ਼ਰ ਨਹੀਂ ਤਾਂ m ਕਿਹੋ ਜਿਹਾ ਹੋਊਗਾ? ਫਿਰ ਇਹ ਕੋਈ ਇੱਕ ਇੰਟੀਜ਼ਰ ਆਊਗਾ, ਇਹਦੇ 'ਚ ਇੱਕ ਫ੍ਰੈਕਸ਼ਨ ਵਾਲਾ ਪਾਰਟ ਆਊਗਾ। ਇਹ ਇੰਟੀਜ਼ਰ ਹੈ, ਫ੍ਰੈਕਸ਼ਨ ਹੁੰਦਾ ਨਾ ਗ੍ਰੇਟੈਸਟ ਇੰਟੀਜ਼ਰ। ਐਸ ਆ ਜਿਹੜਾ, ਸਿੱਧੀ ਜੀ ਗੱਲ ਆ, ਮੈਂ ਐਂ ਲਿਖਣ ਲੱਗਾ ਐਸ ਆ ਜਿਹੜਾ ਗ੍ਰੇਟੈਸਟ ਇੰਟੀਜ਼ਰ ਆਫ m ਆ। ਤੇ ਫ੍ਰਿਕਸ਼ਨ ਆ ਜਿਹੜੀ ਇਹ ਕਿੱਡੀ ਹੁੰਦੀ ਹੈ? ਜੇ ਦੇਖਿਆ ਜਾਵੇ ਨਾ, ਫ੍ਰਿਕਸ਼ਨ ਆ ਜਿਹੜੀ ਇਹ 0 ਵੀ ਹੋ ਸਕਦੀ ਹੈ ਤੇ 1 ਤੋਂ ਛੋਟੀ ਹੁੰਦੀ ਆ ਵੈਸੇ, ਠੀਕ ਹੈ। ਅਦਰਵਾਈਜ਼ ਤਾਂ ਗ੍ਰੇਟੈਸਟ ਇੰਟੀਜ਼ਰ ਤਾਂ ਗਾਂ ਫਿਰ ਉਹ ਅਗਲਾ ਆਉਣ ਲੱਗ ਜਾਂਦਾ, ਅਗਲਾ ਪਾਰਟ। ਇਹ ਸਭ ਤੋਂ ਖਤਰਨਾਕ ਫੰਕਸ਼ਨ ਬਣਾਉਂਦੀ ਹੈ। ਮਤਲਬ ਇਹਦੇ ਨਾਲ ਦੇ ਕੁਐਸਚਨ ਜਦੋਂ UGC 'ਚ ਆ ਜਾਂਦੇ ਆ ਨਾ ਫ੍ਰਿਕਸ਼ਨ ਨਾਲ ਰਿਲੇਟਡ, ਮਤਲਬ ਐਂ ਕਰ ਦਿੰਦੇ ਤੇ ਦੈਨ ਉਹ ਫੋਕਸ ਕਰਦੇ ਫ੍ਰਿਕਸ਼ਨ 'ਤੇ। ਫ੍ਰਿਕਸ਼ਨ ਦਾ ਗ੍ਰਾਫ, ਇਹਦੀਆਂ ਵੈਲਿਊਜ਼, ਇਹ ਕਿਹੜੀ ਡਿਫਰੈਂਸ਼ੀਅਲ ਇਕੁਏਸ਼ਨ ਦੇ ਸੋਲਿਊਸ਼ਨ ਬਣ ਸਕਦੇ, ਇਹ ਜਿਹਾ ਕੁਝ ਮਤਲਬ ਬਹੁਤ ਘੁਮਾਉਂਦੀ ਆ। ਚਲੋ ਫ੍ਰਿਕਸ਼ਨ ਜਿਹੜੀ ਪਿੱਛੇ ਬਚ ਜਾਂਦੀ ਹੁੰਦੀ। ਫਿਰ ਆ ਜਾਓ x = r ਤੇ ਇਹਨੂੰ ਸੋਲਵ ਕਰੋ। ਹੁਣ ਕਿਉਂਕਿ ਆਪਾਂ ਮੂਰਖ ਨਹੀਂ ਗਏ, ਆਪਾਂ ਇਹ ਪਹਿਲਾਂ ਸੋਲਵ ਕੀਤਾ ਹੋਇਆ, ਸੋ ਇੱਥੇ ਮੈਂ m/r ਸਿੱਧਾ ਲਿਖ ਲੂੰਗਾ। ਪਰ s + f ਆ m ਤਾਂ ਹੈ ਨਾ, ਤੇ r ਥੱਲੇ ਰਹਿ ਜਾਊ। ਹੁਣ ਇੱਥੇ ਕਨਫਿਊਜ਼ਨ ਹੈ। ਹੁਣ ਆਪਾਂ ਦੇਖਣਾ ਵੀ ਇਹ ਕਦੋਂ 1 ਤੋਂ ਛੋਟਾ। ਅੱਛਾ, ਇਹ ਬਰਾਬਰ ਹੋ ਸਕਦੇ ਆ? ਕੀ ਇਹ 1 ਦੇ ਬਰਾਬਰ ਹੋ ਸਕਦੇ ਆ? r = m ਹੋ ਸਕਦਾ ਇੱਥੇ? ਜੇ ਆਪਾਂ s ਤੱਕ, ਇਹ ਨਹੀਂ ਹੋ ਸਕਦੇ ਬਰਾਬਰ। ਪਤਾ ਕਿਉਂ? ਕਿ ਇਸ ਕੇਸ 'ਚ r m ਦੇ ਬਰਾਬਰ ਨਹੀਂ ਹੋ ਸਕਦਾ, ਕਿਉਂਕਿ r ਕੀ ਹੈ? x ਦੀਆਂ ਵੈਲਿਊ ਕਿਹੋ ਜਿਹੀਆਂ ਹੁੰਦੀਆਂ? 0 1 2 3 ਅਪ ਟੂ ਸੋ ਔਨ ਇਨਫਿਨਿਟੀ। ਪੋਇਜ਼ਨ 'ਚ x ਦੀਆਂ ਵੈਲਿਊ ਇਹ ਹੁੰਦੀਆਂ, ਮਤਲਬ ਹੋਲ ਨੰਬਰ ਹੁੰਦੇ ਆ। ਤੇ ਜਦੋਂ ਮੈਂ ਇਹੀ ਕਹਤਾ r ਆ ਜਿਹੜੀ, r ਹੋਲ ਨੰਬਰ ਆ ਤੇ m ਇੰਟੀਜ਼ਰ ਨਹੀਂ ਹੈਗੀ, ਤਾਂ r ਆ ਜਿਹੜਾ ਉਹ m ਦੇ ਬਰਾਬਰ ਕਦੇ ਵੀ ਨਹੀਂ ਹੋ ਸਕਦਾ। ਤੇ ਜੇ r m ਦੇ ਬਰਾਬਰ ਨਹੀਂ ਹੋਇਆ ਤੇ ਫਿਰ ਇਹ 1 ਦੇ ਬਰਾਬਰ ਕਿਵੇਂ ਹੋ ਸਕਦਾ? ਸੋ 1 ਵਾਲਾ ਕੇਸ ਹੀ ਗਿਆ। ਸਮਝ ਲੱਗ ਗਈ? ਕੇਸ ਇੱਕ ਰਹਿ ਗਿਆ, ਵੱਡੇ ਵਾਲਾ ਤੇ ਛੋਟੇ ਵਾਲਾ। ਸੋ r ਦੀ ਵੈਲਿਊ ਐਂ ਕਰੋ 0 1 2 ਅਪ ਟੂ ਸੋ ਔਨ, ਐਂ ਕਰਦੇ ਆਪਾਂ s ਤੱਕ ਭਰ ਕੇ ਦੇਖਦੇ ਹਾਂ ਵੀ ਕੀ ਇਹ 1 ਤੋਂ ਵੱਡਾ ਹੋਊਗਾ ਜਾਂ ਛੋਟਾ।
जे आर की वैल्यू आर एस तो छोटा अपन कैलकुलेट करके देखना पैंदा हुंदा, ये ऐ सीधा नहीं पता लगता। आर एस तो छोटा, हुण इहदे च एफ ऐड करिए जे दोवें पासे नहीं। अच्छा जे आर ए तो छोटा तो फिर एस प्लस एफ तो भी छोटा ही होऊगा। दोवें पासे क्यों ऐड करना, एक पासे ऐड करो, क्योंकि एफ कोई पॉजिटिव नंबर आ राजे, ਇਹਦਾ मतलब छोटा हो, ਇਹਦਾ मतलब एस प्लस एफ ओवर आर आ ਜਿਹੜਾ ਇਹ 1 ਤੋਂ ਵੱਡਾ ਹੋਣਾ ਚਾਹੀਦਾ, ਇਹ 1 ਤੋਂ ਵੱਡਾ ਹੋਣਾ ਚਾਹੀਦਾ ਹੋ ਗਿਆ। ਹੁਣ ਉਸ ਤੋਂ ਬਾਅਦ आर ਦੀ ਵੈਲਿਊ एस प्लस 1 एस प्लस 2 ਅਪ ਟੂ ਸੋ ਔਨ, ਇਹ ਲਿਖ ਲਓ। ਹੁਣ ਆਪਾਂ ਦੇਖੀਏ ਵੀ ਕੀ ਆਰ ਆ ਜਿਹੜਾ, ਦੇਖੋ ਇੱਕ ਚੀਜ਼ ਆ ਰਾਜੇ, एस प्लस एफ आ ਜਿਹੜਾ ਇਹ ਵੱਡਾ ਕਿ एस प्लस 1 ਵੱਡਾ, ਸੋਚੋ। ਇਹ ਵੱਡਾ, क्योंकि एफ आ ਜਿਹੜਾ 1 ਤੋਂ ਛੋਟਾ ਨੰਬਰ ਆ, ਇੱਧਰ 1 ਨਹੀਂ ਐਡ ਹੋਇਆ ਪਿਆ, ਇਹ ਤਾਂ ਸੇਮ ਆ। ਇਹ ਛੋਟਾ ਨੰਬਰ ਆ 1 ਤੋਂ, ਇੱਧਰ 1 ਨਹੀਂ ਐਡ ਹੋਇਆ ਪਿਆ, ਤੇ ਇਹਦਾ ਮਤਲਬ एस प्लस एफ ਆ ਜਿਹੜਾ ਇਹਨੂੰ एस प्लस 1 ਨਾਲ ਡਿਵਾਈਡ ਕਰੀਏ ਤਾਂ ਨੰਬਰ ਆ ਜਿਹੜਾ 1 ਤੋਂ ਛੋਟਾ ਬਣਦਾ। ਤੇ ਜੇ ਮੈਂ ਸੇਮ ਇੱਥੇ 2 ਲਿਖਾਂ ਫਿਰ ਵੀ ਤਾਂ ਰਿਜ਼ਲਟ ਹੋਊਗਾ ਹੀ, क्योंकि एफ तो 2 तो भी छोटा, सो इतने 2 भी आ सकता। 3 लाऊंगा 3 तो भी छोटा, 4 लाऊंगा 4 तो भी छोटा। तो ये देखो ਇਹਦਾ मतलब इत्थे आर की जगह पे एस प्लस 1 आ तो नंबर 1 तो छोटा, एस प्लस 2 आ तो नंबर 1 तो छोटा, सो इदा ही चली जाऊगा। ठीक है, चलो हुण हो जाओ शुरू। फिर अल्टीमेटली अपने को की बन गया, प्रोबेबिलिटी एक्स, ये हुण अक गया बार बार तुहाडी बुक वाला, वो सीधा ही करन लग गया। हुण एक्स इक्वल टू आर माइनस 1, ये 1 ਤੋਂ ਵੱਡਾ ਹੋਊਗਾ ਜਦੋਂ आर 0 1 2 ਹੋਊ ਅਪ ਟੂ ਸੋਨ एस तक। ਇਹਨੇ ਲਿਖਿਆ ਨਹੀਂ ਹੋਇਆ, ਤੁਸੀਂ ਲਿਖ ਲਓ ਜੇ ਲਿਖਣਾ ਤਾਂ। 1 ਤੋਂ ਛੋਟਾ ਹੋਊ ਜੇ एस प्लस 1, ਇੱਥੋਂ ਹੀ ਪਤਾ ਲੱਗੀ ਜਾਂਦਾ ਨਾ ਵੀ एस प्लस 1 ਤੋਂ ਸ਼ੁਰੂ ਕੀਤਾ ਤਾਂ ਮਤਲਬ ਉਹ एस 'ਤੇ ਖਤਮ ਹੋਇਆ ਹੋਊਗਾ। एस ਤਾਂ ਇੰਟੀਜ਼ਰ ਹੀ ਆ। ਅੱਛਾ ਹੁਣ ਇੱਕ ਗੱਲ ਦੇਖੋ, ਪਹਿਲਾਂ ਤਾਂ 0 0 ਨਹੀਂ ਭਰਨੀ, 1 ਭਰੋ। 0 ਕਰਨੀ ਕਰੋ, ਇੱਥੇ ਨਹੀਂ ਕਰਨੀ ਨਾ ਕਰੋ ਰਾਜੇ, ਤੁਹਾਡੀ ਇੱਛਾ। ਠੀਕ ਹੈ, पर मेरे अकॉर्डिंग इत्थे लिख लो, इत्थे ना लिखियो, जो मैं किताब वाला करता उमें करी चलो। 0 भरोगे की आऊगा, आर की वैल्यू 1 भरी है ना, 1 तो यह वड्डा आऊगा। 2 भरोगे, हुण मैं थोड़ा जिहा शॉर्ट च कर लगा, 2 भरोगे तो भी वड्डा आऊगा अप टू सो ऑन। कित्थों तक गए, एस तक। चलो जी, वो भी वड्डा आऊगा। फिर हुण एस प्लस 1 भरिया जदों, वो आऊगा छोटा। एस प्लस 2 भरोगे तो नीचे ये बन जाता होंगे राजे एस प्लस 1 एस प्लस 2, वो भी छोटा अप टू स्मॉल। हुण इहनूं सॉल्व करो, प्रोबेबिलिटी एक्स 0 की इहनूं इधर लै जाओ तो छोटी होगी एक्स इक्वल टू 1 तो। हुण इहनूं इधर लै जाओ, एक्स इक्वल टू 1 छोटा हो गया एक्स इक्वल टू 2 तो अप टू सोन। चलते गए एक्स इक्वल टू एस माइनस 1 छोटा की तो हो गया एक्स इक्वल टू एस तो। तो फिर इत्थे पंगा पै गया, एस वड्डा हो गया एस प्लस 1 तो। आएँ कर दो हुण साइन, थोड़ा जिहा वधिया क्वेश्चन आ। एस प्लस 1 वड्डा हो गया एस प्लस 2 तो, पुट्ठा हो गया ना काम। यानी कि सारिਆਂ 'ਚ ਵੱਡਾ ਕਿਹੜਾ, प्रोबेबिलिटी एक्स इक्वल टू एस इज़ मैक्सिमम। तो ਹੁਣ ਇਹ ਤਾਂ ਆਪਾਂ ਨੂੰ ਪਤਾ ਹੀ ਵੀ एस ਕੀ ਸੀਗਾ, ग्रेटेस्ट इंटीजर ऑफ एम इज़ मॉड। सो एस इज़ मॉड, एस की है ग्रेटेस्ट इंटीजर ऑफ एम। तो मॉड जे तो राजे सीधा जा शॉर्ट च दस दिए, मॉड की हो गया एम माइनस 1 तो एम इफ एम इज़ इंटीजर, जे एम नॉन इंटीजर आ। हुणे तुहानूं पता भी 2 मॉड क्यों सी, प्रोबेबिलिटी इक्वल सीगी, तो ये आ जाता ग्रेटेस्ट इंटीजर ऑफ एम। इनू कई बार एस भी लिख देंगे बुक च। ठीक है, हुण बाकी आपे कॉल कर लियो। मैं हुण एक बारी लैक्चर खत्म कर लगा, मेरे अकॉर्डिंग हो गया 54 मिनट का, ये हो गया 18 मिनट का, वाहवा हो गया। चलो ठीक है, बाकी कल नूं एक्सरसाइज के क्वेश्चन कल मैं राजे एक्सरसाइज ते ही रहना ज़्यादा। सॉल्व पार्ट हुण गांह वाला तुसीं आपे करोगे, मैं ज़्यादा नहीं कराउणा, ये एक्सरसाइज ते ही रहना ज़्यादा मैं।